ਤਾਂ ਮੈਂ ਮਤਲਬ ਸ਼ੁਰੂ ਤੋਂ ਹੀ ਮਤਲਬ ਜਿਹੜਾ ਮੈਨੂੰ ਆਪ ਨੂੰ ਮਨ ਨੂੰ ਤਸੱਲੀ ਦਿੰਦੀ ਹੈ ਚੀਜ਼, ਮੇਰੀ ਰੂਹ ਦੀ ਜਿਹੜੀ ਖੁਰਾਕ ਹੈ, ਮੈਂ ਉਹਦੇ ਵੱਲ ਥੋੜ੍ਹਾ ਜਿਹਾ ਜ਼ਿਆਦਾ ਵਧਿਆ, ਪੈਸਿਆਂ ਵਾਲੇ ਪਾਸੇ ਥੋੜ੍ਹਾ ਜਿਹਾ ਘੱਟ ਰਿਹਾ ਸ਼ੁਰੂ ਤੋਂ। ਤਾਂ ਇਹ ਜਿਹੜਾ ਇੱਕ ਨੋਰਮਲ ਹਾਰਲੇ ਡੇਵਿਡਸਨ ਦਾ ਇੱਕ ਮੋਟਰਸਾਈਕਲ ਸੀਗਾ, ਬਹੁਤ 1600 ਸੀ ਤੇ ਇਹਨੂੰ ਜਿਹੜਾ ਕਸਟਮਰ ਦੀ ਰਿਕੁਆਇਰਮੈਂਟ ਸੀਗੀ ਵੀ ਇਹ ਸਲੀਕ, ਇਹਦੀ ਇਹ ਯੂਨੀਬੋਡੀ ਇੱਕ ਲੁੱਕ ਚਾਹੀਦੀ ਹੈ ਤੇ ਪਿੱਛੇ ਜਿਹੜੇ ਨੇ 2 ਟਾਇਰਸ ਚਾਹੀਦੇ ਨੇ, ਟਰਾਈਕ ਤੇ ਰਿਵਰਸ ਗੇਅਰ ਵਗੈਰਾ, ਆ ਸਾਰੀਆਂ ਚੀਜ਼ਾਂ ਇਹਦੇ 'ਚ ਐਡ ਹੋਈਆਂ। खुद अपने हथी तैयार करते हो ਤੁਹਾਨੂੰ ਤਾਂ ਜ਼ਿਆਦਾ ਸੈਟੀਸਫੈਕਸ਼ਨ ਮਿਲਦੀ ਹੋਵੇ। ਬਿਲਕੁਲ, ਸਭ ਤੋਂ ਜ਼ਿਆਦਾ ਸੈਟੀਸਫੈਕਸ਼ਨ ਜਦੋਂ ਕਸਟਮਰ ਕੋਲੇ ਪ੍ਰੋਡਕਟ ਕੋਈ ਪਹੁੰਚਦਾ ਹੈ ਨਾ ਤੇ ਉਹ ਕਹਿੰਦਾ ਵੀ ਮੈਂ ਸੋਚਿਆ ਨਹੀਂ ਸੀਗਾ ਵੀ ਇਦਾਂ ਦਾ ਇੰਡੀਆ 'ਚ ਹੋ ਜਾਊਗਾ, ਤਾਂ ਉਦੋਂ ਫਖਰ ਮਹਿਸੂਸ ਹੁੰਦਾ ਵੀ ਹਾਂ ਵੀ ਅਸੀਂ ਕੁਝ ਕਰਦੇ ਪਏ ਹਾਂ, ਵੀ ਇੰਡੀਆ 'ਚ ਪਹਿਲਾਂ ਨਹੀਂ ਹੋਇਆ ਤੇ ਅਸੀਂ ਉਹਨੂੰ ਚੀਜ਼ ਨੂੰ ਅਟੇਨ ਕਰਦੇ ਪਏ ਹਾਂ। ਇਹ ਮਤਲਬ ਇੰਨੇ ਸਾਲਾਂ ਤੋਂ ਮਤਲਬ ਕਦੇ ਮੈਂ ਪੋਸਟ ਜ਼ਿਆਦਾ ਨਹੀਂ ਕੀਤਾ, ਇਹਨੂੰ ਦਬਿਆ ਹੀ ਹੋਇਆ ਸੀ ਕਿਉਂਕਿ ਇਹ ਮੇਰੇ ਬੇਟੇ ਵਾਸਤੇ ਮੈਂ ਬਣਾਇਆ ਸੀਗਾ ਤੇ ਹੁਣ ਜਿਹੜਾ ਹੈ ਬੜਾ ਇਹਦੇ ਬਾਰੇ ਫੋਨ ਵੀ ਆ ਰਹੇ ਨੇ ਵੀ ਇਹ ਸਾਨੂੰ ਵੀ ਬਣਾ ਕੇ ਦਿਓ। ਇਹ ਵੀ ਬਹੁਤ ਸੋਹਣੀ ਚੀਜ਼ ਲੱਗ ਰਹੀ ਹੈ। ਇਹਦੇ ਬਾਈਕ ਜਿਹੜੇ ਹੁਣ ਪ੍ਰੈਜ਼ੈਂਟਲੀ 3 ਬਾਈਕ ਜਿਹੜੇ ਨੇ ਕੈਨੇਡਾ ਜਾ ਰਹੇ ਨੇ, ਰਾਇਲ ਇਨਫੀਲਡ ਜਿਹੜੇ ਨੇ, ਇਹ ਉਹਨਾਂ 'ਚੋਂ ਇੱਕ ਹੈ। ਇਹ ਮਤਲਬ ਰੋਡ ਤੇ ਚਲਾਉਣ ਦੀ ਬਜਾਏ ਉਹਨਾਂ ਨੇ ਇਹਨੂੰ ਅੰਦਰ ਆਪਣੇ ਐਜ਼ ਏ ਇੰਟੀਰੀਅਰ ਡੈਕੋਰੇਸ਼ਨ ਆਈਟਮ ਵਾਂਗੂ ਇਹ ਯੂਜ਼ ਕਰਨਾ ਹੈ। ਪਹਿਲਾਂ ਵਾਲਾ ਪੰਜਾਬ ਸੀਗਾ, ਉਹਦਾ ਇੱਕ ਕਲਚਰ ਇਹਦੇ ਵਿੱਚ ਲੈ ਕੇ ਚੱਲੇ ਨੇ। ਜਿਵੇਂ ਪਹਿਲਾਂ ਦਿੱਲੀ ਵੀ ਜਿਹੜਾ ਪੰਜਾਬ ਦਾ ਹਿੱਸਾ ਹੁੰਦਾ ਸੀ, ਉਹਦੇ ਉੱਤੇ ਕੇਸਰੀ ਫਲੈਗ ਜਿਹੜਾ ਆ ਫੋਰਟ ਤੇ ਝੂਲਦਾ ਹੁੰਦਾ ਸੀ, ਉਹ ਜਿਹੜੀ ਹੈ ਉਸ ਵੇਲੇ ਦੀ ਇਨਗਰੇਵਿੰਗ ਆਰਟ, ਜਿਹੜੀ ਸਟੈਂਪ ਪ੍ਰਿੰਟਿੰਗ ਜਿਹੜੀ ਚੱਦਰਾਂ ਤੇ ਹੁੰਦੀ ਸੀਗੀ, ਉਹ ਜਿਹੜੀ ਸਟੈਂਪ ਆਰਟ ਇੱਕ ਲੈ ਕੇ ਗਏ ਆ। ਇੱਕ ਜਿਹੜੇ ਨੇ ਸਿੱਖ ਵੈਰੀਅਰਸ ਜਿਹੜੇ ਉਹ ਨਦੀ ਨੂੰ ਪਾਰ ਕਰਦੇ ਹੋਏ ਖਾਲਸਾ ਫਲੈਗ ਲੈ ਕੇ ਉਹ ਦਿਖ ਰਹੇ ਨੇ ਵੀ ਜਾਂਦੇ ਹੋਏ ਨੇ। ਇਹਦੇ ਵਿੱਚ ਜਿਹੜੇ ਨੇ ਇੱਥੇ ਵਾਲਵਸ ਲੱਗੇ ਹੁੰਦੇ ਨੇ ਵੀ ਜਿਹੜਾ ਡਰਾਈਵਰ ਅੰਦਰ ਬੈਠਾ ਹੀ ਸਾਰੇ ਟਾਇਰਾਂ ਦਾ ਪ੍ਰੈਸ਼ਰ ਚੈੱਕ ਕਰ ਲਾਂ। ਜਿਵੇਂ ਹੁਣ ਅੱਜ ਪ੍ਰੈਜ਼ੈਂਟ BMW OD 'ਚ ਫੀਚਰ ਆਉਂਦੇ ਨੇ, ਇਹ 67 ਦੇ ਵਿੱਚ ਇਹਦੇ ਅੰਦਰ ਇਨਲੈਟ ਵਾਲਵ ਜਿਹੜੀਆਂ ਨੇ ਵੀਲ 'ਚ ਹੀ ਲੱਗੀਆਂ ਹੋਈਆਂ ਨੇ। ਅੰਦਰ ਬੈਠਾ ਹੀ ਬੰਦਾ ਚਾਰੇ ਟਾਇਰਾਂ 5-6 ਟਾਇਰਾਂ ਦੀ ਜਿਹੜੀ ਹਵਾ ਚੈੱਕ ਕਰ ਸਕਦਾ ਤੇ ਭਰ ਸਕਦਾ ਹੈ। ਇਹ 67-68 ਦੇ ਵਿੱਚ ਰਸ਼ੀਅਨ ਆਰਮੀ ਕੋਲੇ ਸੀਗਾ। ਜਿਵੇਂ ਰਸ਼ੀਆ ਦੇ ਇੰਡੀਆ ਨਾਲ ਸੰਬੰਧ ਵਧੀਆ ਰਹੇ ਨੇ, ਇੱਕ ਦੂਜੇ ਨਾਲ ਟੈਕਨੋਲੋਜੀ ਦਾ ਆਦਾਨ ਪ੍ਰਦਾਨ ਕਰਦੇ ਆ। 80s ਦੇ ਵਿੱਚ ਇੰਡੀਅਨ ਆਰਮੀ ਨੇ ਇਹਨੂੰ ਆਪਣੇ ਕਾਰਵਾਂ 'ਚ ਐਡ ਕੀਤਾ ਤੇ ਜਿਵੇਂ 20 ਸਾਲ ਜਿਹੜਾ ਆਰਮੀ ਯੂਜ਼ ਕਰਕੇ ਫਿਰ ਉਹਨੂੰ ਵਹੀਕਲ ਨੂੰ ਰਿਟਾਇਰ ਕਰ ਦਿੰਦੇ ਨੇ। ਉਦੋਂ ਬਾਅਦ ਜਿਹੜਾ ਆਕਸ਼ਨ 'ਚ ਆ ਗਿਆ, ਇਹ ਚੱਲੇ ਬਹੁਤ ਥੋੜ੍ਹੇ, ਮਤਲਬ ਇਹਨਾਂ ਨੂੰ ਜ਼ਿਆਦਾ ਯੂਜ਼ ਨਹੀਂ ਕੀਤਾ। ਇਹਨਾਂ ਨੂੰ ਸ਼ੋਅ ਵਾਸਤੇ ਹੀ ਜਾਂ ਜਿਹੜੇ ਕਿਤੇ ਕੋਈ ਐਕਸਪੋ ਹੈ ਇਹਨਾਂ ਦਾ ਜਾਂ ਕੋਈ ਪਰੇਡ ਹੈ, ਉੱਥੇ ਹੀ ਸਿਰਫ ਇਹਨਾਂ ਨੂੰ ਆਰਮੀ ਵਾਲਿਆਂ ਨੇ ਯੂਜ਼ ਕੀਤਾ। ਜਿਵੇਂ ਆਪਾਂ ਟੇਲਰ ਕੋਲੇ ਕੋਈ ਸੂਟ ਸਵਾਉਣ ਜਾਂਦੇ ਹਾਂ, ਉਹਨੂੰ ਕਹਿੰਦੇ ਵੀ ਇੱਥੋਂ ਤੰਗ ਹੋਣਾ ਚਾਹੀਦਾ, ਇੱਥੋਂ ਖੁੱਲ੍ਹਾ ਹੋਣਾ ਚਾਹੀਦਾ, ਪਹੁੰਚੇ ਇੱਦਾਂ, ਬਾਜੂਆਂ ਇੱਦਾਂ। ਤੇ ਉਸੇ ਤਰੀਕੇ ਨਾਲ ਕਸਟਮ ਮੋਟਰਸਾਈਕਲ ਹੈ। ਜਿਵੇਂ ਕਸਟਮਰ ਕਹਿ ਰਿਹਾ ਵੀ ਮੈਨੂੰ ਡਿਜ਼ਾਈਨ ਜਿਹੜਾ ਅਲੋਏ ਵੀਲ ਦਾ ਇਸ ਪੈਟਰਨ ਦਾ ਚਾਹੀਦਾ, ਜਾਂ ਮੈਨੂੰ ਡਾਇਮੰਡ ਬਣੇ ਹੋਣੇ ਚਾਹੀਦੇ ਨੇ, ਸਕਲ ਬਣੇ ਹੋਣੇ ਚਾਹੀਦੇ ਨੇ, ਤਾਂ ਉਹ ਚੀਜ਼ਾਂ ਜਿਹੜੀਆਂ ਨੇ ਹੱਥ ਨਾਲ ਨਹੀਂ ਹੋਣੀਆਂ, ਉਹ ਕੰਪਿਊਟਰ 'ਤੇ ਪਹਿਲਾਂ ਡਿਜ਼ਾਈਨ ਹੋਣਗੀਆਂ, CNC 'ਤੇ ਜਿਹੜੀਆਂ ਨੇ ਮਿਲ ਹੋਣਗੀਆਂ, ਫਿਰ ਉਹ ਰੈਡੀ ਹੋਊਗਾ। ਆਹ ਜਿਹੜਾ ਆ ਵੀ ਇਹ ਹੈਂਡਮੇਡ ਹੈ। ਇਹਨੂੰ ਆਪਾਂ ਕਹਿ ਦਈਏ ਵੀ ਆਰਟ ਹੈ। ਵੀ ਜਿਹੜਾ ਹੈ ਵੀ ਲੋਹੇ ਦਾ ਜਿਹੜਾ ਡੌਗ ਫੇਸ ਜਿਹੜਾ ਬਣਾਇਆ, ਇਹਦੇ ਵਿੱਚ ਲਾਈਟਸ ਵਗੈਰਾ ਲੱਗ ਜਾਣਗੀਆਂ। ਨੈਕਸਟ ਵੀਡੀਓ ਤੁਹਾਨੂੰ ਇਹ ਕੰਪਲੀਟ ਦੇਖਣ ਨੂੰ ਮਿਲੂਗਾ ਪੂਰਾ। ਵੀ ਇਹ ਜਿਹੜੀ ਹੈ ਇਹ ਸਾਇੰਸ ਆ ਗਈ। ਤੇ ਆਹ ਜਿਹੜਾ ਆ ਇੱਕ ਸਟਾਕ ਬਾਈਕ ਹੀ ਹੈ। ਇਹਦੇ ਤੇ ਇਕੱਲਾ ਪੇਂਟ ਜੋਬ ਤੇ ਆ ਜਿਹੜਾ ਬਲਿੰਗ ਤੁਹਾਨੂੰ ਨਜ਼ਰ ਆ ਰਿਹਾ ਹੈ ਸਾਰਾ ਇਸ ਤਰ੍ਹਾਂ ਦਾ ਪੇਂਟ ਜੋਬ ਇੱਥੇ ਹੋਇਆ ਤੇ ਕ੍ਰੋਮ ਦੀ ਜਿਹੜੀ ਚੀਜ਼ਾਂ ਐਡ ਹੋਈਆਂ। ਕਿ ਇੰਡੀਆ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ, ਜੋ ਵੀ ਕਸਟਮਾਈਜ਼ੇਸ਼ਨ ਜਿਹੜੀ ਹੈ ਉਹ ਬਾਈਕਸ ਲੀਗਲ ਨਹੀਂ ਹੈਗੇ, ਹੈ ਨਾ, ਤੇ ਲੱਗਦਾ ਕਦੇ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੈਗਾ। ਅਗਰ ਇੰਡੀਆ ਦੇ ਵਿੱਚ ਵੀ ਹੁੰਦਾ ਤੇ ਹੋਰ ਕਲਾਕਾਰੀ ਤੁਸੀਂ ਦਿਖਾ ਸਕਦੇ ਸੀ, ਨਾ ਜਾਣੇ ਕਿੰਨੇ ਲੋਕ ਹੋਰ ਜੁੜੇ। ਮੇਰੇ ਕੋਲ ਜਿਹੜੇ ਨੇ ਮਤਲਬ ਮੇਰੇ ਕੋਲ ਸਟਾਫ ਜਾਂ ਸਪੇਸ ਮਤਲਬ ਉਨੀ ਕੀ ਹੈ, ਮੈਨੂੰ ਕੋਈ ਖਾਸ ਫਰਕ ਨਹੀਂ ਨਜ਼ਰ ਆਇਆ। ਕਿਉਂਕਿ ਜੇ ਮਤਲਬ ਲੀਗਲ ਹੋ ਜੂਗੀ ਤਾਂ ਫਿਰ ਮੇਰੇ ਕੋਲ 1000 ਆਰਡਰ ਆ ਜਾਣਗੇ। ਹੁਣ 10 ਆ ਰਹੇ ਨੇ ਤਾਂ ਮਤਲਬ ਮੈਂ ਤਾਂ 10 ਹੀ ਕਰ ਸਕਦਾ। ਪੂਰੀ ਹਿਸਟਰੀ ਚੱਕ ਕੇ ਦੇਖ ਲਓ ਵੀ ਆਟੋਮੋਬਾਈਲ ਦੇ ਵਿੱਚ ਇੰਡੀਆ ਨੇ ਇੱਕ ਪੈਸੇ ਦਾ ਕੰਮ ਨਹੀਂ ਕੀਤਾ ਕਦੇ। ਕੋਈ ਜਿਹੜੀ ਇਹ ਚੀਜ਼ ਵੀ ਕਹਿ ਦੇਣ ਵੀ ਨਹੀਂ ਆ, ਟਾਇਰ ਇਨੋਵੇਟ ਇਹਨਾਂ ਨੇ ਕਰਤੇ, ਸਸਪੈਂਸ਼ਨ ਇਹਨਾਂ ਨੇ ਕਰਤੇ, ਕੋਈ ਚੀਜ਼ ਨਹੀਂ। ਸਭ ਜਰਮਨ, ਅਮਰੀਕਾ, ਜਾਪਾਨ। ਜਿਵੇਂ ਹੁਣ ਜਿਹੜੇ ਨਵੇਂ ਆ ਰਹੇ ਨੇ ਵੀ ਸੈਲਫ ਬੈਲੈਂਸਿੰਗ ਜਿਹੜੇ ਨੇ ਵਹੀਕਲ, ਆ ਇਲੈਕਟ੍ਰਿਕ ਵਹੀਕਲ ਆ ਗਏ, ਵੀ ਇੰਡੀਆ ਨੇ ਸਿਰਫ ਨਕਲ ਹੀ ਮਾਰੀ ਹੈ ਉਹਨਾਂ ਦੀ। ਵੀ ਹਾਂ ਉੱਥੋਂ ਬਣ ਕੇ ਆ ਗਿਆ, ਪੇਟੈਂਟ ਹੋ ਗਿਆ,
ਕੋਈ ਅਮੀਰ ਆਦਮੀ ਆਊਗਾ, ਪੇਟੈਂਟ ਜਿਹੜਾ ਉਹ ਖਰੀਦੂਗਾ ਤੇ ਉਹ ਆਪਣੀ ਫੈਕਟਰੀ ਲਗਾ ਦੂਗਾ। ਵੀ ਜਿਹੜੇ ਗ੍ਰਾਸ ਰੂਟਰ ਨੇ, ਮਤਲਬ ਜਿਹੜੇ ਜ਼ਮੀਨੋਂ ਪੈਦਾ ਹੋਏ ਨੇ, ਉਹ ਕਦੇ ਉਸ ਵੱਲ ਜਾਣਗੇ ਨਹੀਂ, ਕਿਉਂਕਿ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਦੱਸ ਦਿੱਤਾ ਜਾਂਦਾ ਵੀ ਇਹ ਇਲੀਗਲ ਹੈ, ਇਹ ਕਿਹੜੇ ਨਟ ਬੋਲਟ 'ਚ ਖੋਲੀ ਜਾਂਦਾ ਤੂੰ, ਇਹ ਨਵੀਂ ਚੀਜ਼ ਬਣਾਈ ਜਾਂਦਾ, ਇਹ ਇਲੀਗਲ ਹੈ। ਇਹ ਸਿਰਫ ਉਹਨਾਂ ਵਾਸਤੇ ਹੀ ਹੈ, ਉਹਨਾਂ ਨੇ ਬਣਾਉਣਾ, ਅਸੀਂ ਨਕਲ ਹੀ ਮਾਰਨੀ ਹੈ। ਮੋਟਰਸਾਈਕਲ ਦੀ ਜੇਕਰ ਗੱਲ ਕੀਤੀ ਜਾਵੇ, ਤੁਸੀਂ ਸ਼ਾਇਦ ਡੀਜ਼ਲ ਵਾਲਾ ਜਿਹੜਾ ਬੈਸਟ ਇਨ ਇੰਡੀਆ, ਡੀਜ਼ਲ ਬਾਈਕ ਜਿਹੜਾ ਸੀਗਾ ਪਹਿਲਾਂ, ਉਹ ਮੈਨੂੰ ਬੇਸਿਕਲੀ ਮੋਟਰਸਾਈਕਲ ਉਹ ਡੀਜ਼ਲ ਮੈਂ ਤਾਂ ਚੁਣਿਆ ਸੀ। ਡੀਜ਼ਲ ਮੋਟਰਸਾਈਕਲ ਦੀ ਨਾ ਐਵਰੇਜ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਸੀ, 80 ਦੀ ਐਵਰੇਜ ਉਹਦੀ ਹੁੰਦੀ ਸੀ। ਜਦੋਂ ਮੋਟਰਸਾਈਕਲ ਲਿਆ, ਉਹ ਦੇਖਿਆ ਇਹ ਕੰਪਨੀ ਨੇ ਬੰਦ ਕਰਤਾ। ਵੀ ਕੰਪਨੀ ਨੇ ਬੰਦ ਕਿਉਂ ਕਰਤਾ, ਇੰਨਾ ਵਧੀਆ ਚੀਜ਼ ਹੈ। ਉਹਦੇ 'ਚ ਦੱਸਦੇ ਸੀ ਵੀ ਕਹਿੰਦੇ ਵੀ ਇਹ ਨਾ ਸਟਾਰਟ ਨਹੀਂ ਹੁੰਦਾ ਠੰਡ 'ਚ। ਮੈਂ ਕਿਹਾ ਚਲੋ ਸਟਾਰਟ ਕਰਕੇ ਦੇ। ਤੇ ਮੈਂ ਉੱਠ ਗਿਆ 5 ਵਜੇ, ਮੈਂ ਕਿੱਕਾਂ ਮਾਰ ਹੰਮ ਗਿਆ, ਉਹ ਵਾਕਈ ਸਟਾਰਟ ਨਹੀਂ ਹੋਇਆ। ਤੇ ਫਿਰ ਜਦੋਂ ਦਿਨ ਚੜਿਆ, ਜਿੱਥੋਂ ਮੈਂ ਲਿਆ ਸੀ ਮੋਟਰਸਾਈਕਲ, ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਇਹਦਾ ਤਰੀਕਾ ਕੀ ਹੈ ਸਵੇਰੇ ਜੇ ਤੁਸੀਂ ਜਾਣਾ ਹੋਵੇ ਸਟੇਸ਼ਨ 'ਤੇ ਤਾਂ ਉਹ ਕਹਿੰਦਾ ਇਹ 'ਤੇ ਗਰਮ ਪਾਣੀ ਪਾਉਣਾ ਪੈਂਦਾ ਪਹਿਲਾਂ ਸਵੇਰੇ ਇਹ ਫੇਰ ਸਟਾਰਟ ਹੁੰਦਾ। ਫਿਰ ਮੈਂ ਉਹਦਾ ਸਟੱਡੀ ਕੀਤਾ ਵੀ ਹੁਣ ਵੀ ਤਾਂ ਡੀਜ਼ਲ ਆ ਰਹੇ ਨੇ ਇੰਜਣ, ਉਹ ਕਿਵੇਂ ਸਟਾਰਟ ਹੋ ਰਹੇ ਨੇ। ਪਤਾ ਲੱਗਿਆ ਵੀ ਉਹਨਾਂ 'ਚ ਹੀਟਰ ਹੁੰਦੇ ਨੇ। ਵੀ ਉਹਨਾਂ 'ਚ ਹੀਟਰ ਹੁੰਦੇ ਤਾਂ ਇਹ 'ਚ ਕਿਉਂ ਨਹੀਂ ਹੀਟਰ ਲੱਗਦਾ। ਮੈਂ ਹੀਟਰ ਜਿਹੜਾ ਆ ਇੱਕ ਨਵੇਂ ਇੰਜਣ ਦਾ ਇੱਕ ਲਿਆ, ਮੈਂ ਉਹਦੇ 'ਚ ਬੋਰ ਕਰਕੇ ਉਹਦੇ 'ਚ ਪਲੱਗ ਕਰਕੇ ਲਾਤਾ। ਮੇਰਾ ਮੋਟਰਸਾਈਕਲ ਸਰਦੀਆਂ 'ਚ ਵੀ ਭਾਵੇਂ ਰਾਤ ਨੂੰ ਸਟਾਰਟ ਕਰੋ, ਹੀਟਰ ਔਨ ਕਰੋ ਤੇ ਉਹ ਸਟਾਰਟ ਹੋ ਕੇ ਹੁੰਦਾ। ਪਰ ਆਪਣੇ ਇੱਥੇ ਪੁੱਠਾ ਹੋ ਰਿਹਾ। ਜਿਹੜਾ ਕੋਈ ਕ੍ਰੀਏਟੀਵਿਟੀ ਹੁੰਦਾ ਉਹਨੂੰ ਕਹਿੰਦੇ ਇਹ ਤਾਂ ਮੂਰਖ ਹੈ, ਇਹ ਹੋਰ ਹੀ ਕੋ ਕਰੀ ਜਾਂਦਾ ਆ, ਵੀ ਬਾਕੀ ਸਾਰੇ ਬੱਚੇ ਉਹ ਕਰ ਰਹੇ ਨੇ। ਤਾਂ ਮੇਰਾ ਤਾਂ ਪੇਰੈਂਟਸ ਨੂੰ ਇਹ ਕਹਿਣਾ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚੇ ਦੇ ਵਿੱਚ ਕੁਝ ਅਲੱਗ ਜਿਹੜੀ ਹੈ ਕਲਾਕਾਰੀ ਹੈ, ਸਟੱਡੀ ਨੋ ਡਾਊਟ ਉਹ ਕਰਨੀ ਚਾਹੀਦੀ ਹੈ, ਉਹ ਜ਼ਰੂਰੀ ਹੈ ਇੱਕ ਸਟੇਬਲ ਲਾਈਫ ਵਾਸਤੇ। ਪਰ ਜਿਹੜਾ ਉਹਦਾ ਇੱਕ ਅਲੱਗ ਜਿਹੜੀ ਉਹ ਧਾਰਾ ਵੱਲ ਜਾਣਾ ਚਾਹ ਰਿਹਾ, ਉਹਨੂੰ ਵੀ ਉਹਦੇ ਬਾਰੇ ਜ਼ਰੂਰ ਦੱਸੋ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਅਸੀਂ ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ ਜ਼ਿੰਦਗੀ ਦੇ ਵਿੱਚ ਕੁਝ ਅਨੋਖੇ ਸ਼ੌਂਕ ਹੋਣ, ਸੁਪਨੇ ਹੋਣ ਤਾਂ ਇਨਸਾਨ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਾਹ ਬਣਾ ਹੀ ਲੈਂਦਾ ਹੈ। ਕੁਝ ਇਹੋ ਜਿਹੀ ਜਿਹੜੀ ਹੈ ਮਿਸਾਲ ਪੇਸ਼ ਕਰ ਰਹੇ ਨੇ। ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੇ ਸ਼ਖਸ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕੁਝ ਇਹੋ ਜਿਹਾ ਹੀ ਸੁਪਨਾ ਦੇਖਿਆ ਸੀ ਤੇ ਹੁਣ ਉਹਨਾਂ ਨੇ ਰਾਹ ਵੀ ਖੁਦ ਬਣਾਇਆ ਤੇ ਉਸ ਤੋਂ ਬਾਅਦ ਸਿਰਫ ਦੇਸ਼ ਦੇ ਵਿੱਚ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੇ ਆਪਣਾ ਇੱਕ ਅਲੱਗ ਮੁਕਾਮ ਹਾਸਿਲ ਕਰ ਲਿੱਤਾ ਹੈ। ਜਿੱਥੇ ਇੱਕ ਪਾਸੇ ਅੱਜ ਦੀ ਨੌਜਵਾਨ ਪੀੜ੍ਹੀ ਬਾਹਰ ਜਾਣ ਨੂੰ ਫਿਰਦੀ ਹੈ, ਉਹਨਾਂ ਨੇ ਉਹ ਸੁਪਨਾ ਦੇਖਦੀ ਹੈ ਕਿ ਅਸੀਂ ਕੈਨੇਡਾ ਜਾਣਾ ਹੈ, ਅਮਰੀਕਾ ਜਾਣਾ ਹੈ, ਉੱਥੇ ਜਾ ਕੇ ਮੁਕਾਮ ਹਾਸਿਲ ਕਰਨਾ ਹੈ। ਉੱਥੇ ਹੀ ਇਸ ਸ਼ਖਸ ਨੇ ਜਿਹੜਾ ਹੈ ਇੱਥੇ ਦੇਸ਼ ਦੇ ਵਿੱਚ ਰਹਿ ਕੇ, ਆਪਣੇ ਪਿੰਡ ਦੇ ਵਿੱਚ ਹੀ ਰਹਿ ਕੇ ਜਿਹੜਾ ਹੈ ਇੱਥੇ ਬੈਠੇ ਜੋ ਕੰਮ ਕਰ ਰਿਹਾ ਹੈ, ਉਸ ਦੇ ਨਾਲ ਹੀ ਦੇਸ਼ ਵਿਦੇਸ਼ਾਂ ਦੇ ਵਿੱਚ ਨਾਮ ਬਣਾ ਲਿਆ। ਕਹਿੰਦੇ ਘੁਮਿਆਰ ਹੁੰਦਾ ਹੈ, ਕਹਿੰਦੇ ਕਮੇਟੀ ਨੂੰ ਜਿਹੜਾ ਇੱਕ ਨਵਾਂ ਰੂਪ ਦੇ ਦਿੰਦਾ ਹੈ। ਕੁਝ ਇਹੋ ਜਿਹੇ ਕੰਮ ਉਹ ਵੀ ਕਰ ਰਹੇ ਨੇ, ਬਾਈਕਸ ਨੂੰ ਜਿਹੜਾ ਕਸਟਮ ਕਰ ਰਹੇ ਨੇ। ਤੇ ਇੱਕ ਜਿਹੜੀ ਤਸਵੀਰ ਪਹਿਲਾਂ ਤੁਹਾਨੂੰ ਦਿਖਾ ਦਿੰਨੀ ਆ, ਜਿਹੜੀਆਂ ਤਸਵੀਰਾਂ ਤੁਸੀਂ ਅਕਸਰ ਜਿਹੜੀਆਂ YouTube ਤੇ ਤੁਸੀਂ ਪਿਕਚਰ ਜਿਹੜੇ YouTube ਤੇ ਵੀਡੀਓ ਸਰਚ ਕਰਦੇ ਹੋਵੋਗੇ, Google ਤੇ ਕੁਝ ਜਿਹੜੀਆਂ ਜਦ ਸੁਪਨੇ ਕੁਝ ਸੁਪਨਾ ਦੇਖਦੇ ਹੋ ਨਾ, ਤਾਂ ਤੁਸੀਂ ਉਹੋ ਜਿਹੀ ਤਸਵੀਰ ਦੇਖਣ ਦੀ ਕੋਸ਼ਿਸ਼ ਕਰਦੇ ਹੋ ਕਿ ਆਖਿਰਕਾਰ ਉਹ ਕਿਵੇਂ ਪੋਸੀਬਲ ਹੈ। ਤੇ ਇਹ ਸਾਰੀ ਚੀਜ਼ਾਂ ਨੂੰ ਮੁਮਕਿਨ ਕਰ ਵਿਖਾਇਆ ਹੈ। ਸਾਡੇ ਨਾਲ ਅੱਜ ਜੋ ਅਸੀਂ ਜਿਸ ਸ਼ਖਸ ਨੂੰ ਮਿਲਵਾਉਣ ਜਾ ਰਹੇ ਹਾਂ, ਉਹ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੋ ਸਕਦਾ, ਤੁਸੀਂ ਪਹਿਲਾਂ ਦੇਖਿਆ ਵੀ ਹੋਣਾ ਇਹਨਾਂ ਨੂੰ। ਤੇ ਸਾਡੇ ਨਾਲ ਮੌਜੂਦ ਨੇ ਅਨੁਜ ਜੀ। ਕਹਿੰਦੇ ਅੱਜ ਦਾ ਟਾਈਮ ਨੌਜਵਾਨ ਸੋਚ ਰਿਹਾ ਬਾਹਰ ਜਾਣਾ ਹੈ, ਕੈਨੇਡਾ ਜਾਣਾ, ਅਮਰੀਕਾ ਜਾਣਾ, ਤੁਸੀਂ ਨਹੀਂ ਕਦੇ ਇਦਾਂ ਦਾ ਸੁਪਨਾ ਦੇਖਿਆ? ਮਤਲਬ ਮੇਰੇ ਜ਼ਿਆਦਾ ਜਿਹੜਾ ਗਰੁੱਪ ਸੀਗਾ, ਸਾਰੇ ਹੀ ਆਲਮੋਸਟ ਜਦੋਂ ਗ੍ਰੈਜੂਏਸ਼ਨ ਕਰ ਰਹੇ ਸੀ ਵੀ ਕਹਿੰਦੇ ਵੀ ਮੈਂ M.Pharm ਕਰਨ ਬਾਹਰ ਚੱਲ ਜਾਣਾ, ਇੱਥੇ ਚੱਲ ਜਾਣਾ। ਤੇ ਮੈਂ ਵੀ ਸੋਚਦਾ ਸੀ, ਮੈਂ ਕਿਹਾ ਯਾਰ ਬਾਹਰ ਐਸਾ ਕੀ ਹੈ ਜਿਹੜਾ ਵੀ ਇੱਥੇ ਨਹੀਂ ਹੋ ਪਾ ਰਿਹਾ। ਤੇ ਉਹ ਕਹਿੰਦੇ ਵੀ ਉੱਥੇ ਸੈਟਲਮੈਂਟ ਜਿਹੜੀ ਹੈ 6 ਮਹੀਨਿਆਂ 'ਚ ਹੀ ਹੋ ਜਾਂਦੀ ਹੈ। ਜਿਵੇਂ ਕੋਈ ਬੱਚਾ ਬਾਹਰ ਜਾਂਦਾ ਆ, 6 ਮਹੀਨੇ ਉਹ ਸਟਰਗਲ ਕਰਦਾ, 1 ਸਾਲ 2 ਸਾਲ PR ਹੋ ਜਾਂਦਾ, ਫਿਰ ਬਸ ਮਤਲਬ ਫਾਈਨੈਂਸ਼ੀਅਲੀ ਉਹ ਸਟੇਬਲ ਹੋ ਜਾਂਦਾ। ਪਰ ਮੈਂ ਮਤਲਬ ਜਿਹੜੇ ਕਈਆਂ ਬੱਚਿਆਂ ਨੂੰ ਮਿਲਿਆ ਵੀ ਹੈ, ਦੇਖਿਆ ਵੀ ਹੈ, ਪਰ ਮੈਂ ਦੇਖਦਾ ਮੈਂਟਲੀ ਸਟੇਬਲ ਨਹੀਂ ਹੁੰਦੇ। ਪੈਸੇ ਜਿਹੜਾ ਆ ਵੀ ਉਹ ਇੱਕ ਅਲੱਗ ਚੀਜ਼ ਹੈ, ਵੀ ਮੈਂਟਲੀ ਜਿਹੜਾ ਆ ਇੱਕ ਸੈਟੀਸਫੈਕਸ਼ਨ ਹੋਣਾ ਉਹ ਅਲੱਗ ਚੀਜ਼ ਹੈ। ਵੀ ਕਈ ਆਪਾਂ ਦੇਖਦੇ ਹਾਂ ਵੀ ਚਿੱਟੀ ਦਾੜੀ ਹੋ ਜਾਂਦੀ ਹੈ, ਉਮਰ ਹੋ ਜਾਂਦੀ ਹੈ, ਫਿਰ ਵੀ ਮਨ 'ਚ ਮਲਾਲ ਰਹਿੰਦਾ ਵੀ ਯਾਰ ਕਾਸ਼ ਉਸ ਵੇਲੇ ਮੈਂ ਨਹੀਂ ਕਰਦਾ ਤੇ ਅੱਜ ਮੇਰਾ ਕੁਝ ਅਲੱਗ ਜਿਹੜੀ ਹੈ ਵੀ ਮੈਂਟਲ ਸੈਟੀਸਫੈਕਸ਼ਨ ਲੈਵਲ ਜਿਹੜਾ ਹੁੰਦਾ। ਤਾਂ ਮੈਂ ਮਤਲਬ ਸ਼ੁਰੂ ਤੋਂ ਹੀ ਮਤਲਬ ਜਿਹੜਾ ਮੈਨੂੰ ਆਪ ਨੂੰ ਮਨ ਨੂੰ ਤਸੱਲੀ ਦਿੰਦੀ ਹੈ ਚੀਜ਼, ਮੇਰੀ ਰੂਹ ਦੀ ਜਿਹੜੀ ਖੁਰਾਕ ਹੈ, ਮੈਂ ਉਹਦੇ ਵੱਲ ਥੋੜ੍ਹਾ ਜਿਹਾ ਜ਼ਿਆਦਾ ਵਧਿਆ, ਪੈਸਿਆਂ ਵਾਲੇ ਪਾਸੇ ਥੋੜ੍ਹਾ ਜਿਹਾ ਘੱਟ ਰਿਹਾ ਸ਼ੁਰੂ ਤੋਂ। ਮੈਂ
ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਤੁਸੀਂ ਮਤਲਬ ਉਹ ਘੁਮਿਆਰ ਹੋ ਜਿਹੜੀ ਕਹਿੰਦੇ ਜਿਹੜੀ ਇੱਕ ਮਿੱਟੀ ਹੁੰਦੀ ਇੱਕ ਬੜੀ ਰॉ ਫਾਰਮ ਦੇ ਵਿੱਚ ਹੁੰਦੀ ਉਸ ਨੂੰ ਇੱਕ ਬੜੇ ਸੁੰਦਰ ਜਿਹਾ ਆਕਾਰ ਦੇ ਦਿੰਦੇ ਆ ਤੇ ਤੁਸੀਂ ਤਾਂ ਇੰਨੀ ਸੋਹਣੀਆਂ ਮੈਂ ਦੇਖਿਆ ਇੱਥੇ ਕਿਸ ਤਰੀਕੇ ਨਾਲ ਤੁਸੀਂ ਕਸਟਮ ਕਰ ਰਹੇ ਹੋ ਇੱਕ ਅਲੱਗ ਰੂਪ ਤੇ ਇਹੀ ਚੀਜ਼ਾਂ ਬਾਹਰ ਜਾ ਰਹੀਆਂ ਵਿਦੇਸ਼ਾਂ ਦੇ ਵਿੱਚ ਜਾ ਰਹੀਆਂ ਹੈ ਨਾ ਤੇ ਉਹਦੇ ਬਾਰੇ ਜ਼ਰੂਰ ਦੱਸੋ ਸ਼ੁਰੂਆਤ ਅਸੀਂ ਇੱਥੋਂ ਕਰ ਲਈ ਅਨੁਜ ਜੀ। ਹਾਂਜੀ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਵੀ ਟੋਟਲ ਜਿਵੇਂ ਘੁਮਿਆਰ ਦਾ ਤੁਸੀਂ ਬੜਾ ਵਧੀਆ ਐਗਜ਼ਾਮਪਲ ਦਿੱਤਾ ਉਹਨਾਂ ਦਾ ਜਿਹੜਾ ਹੁੰਦਾ ਮਿੱਟੀ ਇੱਕ ਹੀ ਤਰ੍ਹਾਂ ਦਾ ਸਾਰਾ ਜਿਹੜਾ ਰਾ ਮਟੀਰੀਅਲ ਉਹਨਾਂ ਦਾ ਹੁੰਦਾ ਉਹਨੂੰ ਹੀ ਉਹ ਅਲੱਗ-ਅਲੱਗ ਸ਼ੇਪ ਦਿੰਦੇ ਨੇ। ਇਹਦੇ ਵੀ ਸਾਡਾ ਰਾ ਮਟੀਰੀਅਲ ਜਿਹੜਾ ਮਿੱਟੀ ਥਾਂ ਤੇ ਲੋਹਾ ਆ ਵੀ ਲੋਹੇ ਦੇ ਨਾਲ ਲੋਹਾ ਹੋ ਕੇ ਉਹਨੂੰ ਜਿਹੜਾ ਆ ਸ਼ੇਪ ਕਰਨਾ ਸਾਰੀ ਚੀਜ਼ਾਂ ਡਿਜ਼ਾਈਨ ਜਿਹੜੀਆਂ ਨੇ ਕਰਨੀਆਂ ਇਹਦੇ ਵਿੱਚ ਮਤਲਬ ਦੋਨੋਂ ਚੀਜ਼ਾਂ ਆ ਜਾਂਦੀਆਂ ਵੀ ਹੈਂਡ ਬੀਟਿੰਗ ਵੀ ਹੋ ਜਾਂਦੀ ਹੈ ਮਤਲਬ ਹੱਥ ਨਾਲ ਵੀ ਸਾਰਾ ਕਰਦੇ ਆ ਤੇ ਜਿਵੇਂ ਉਹਨੂੰ ਵੀ ਚੱਲਣ 'ਚ ਬਿਲਕੁਲ ਪਰਫੈਕਟ ਰਵੇ ਤਾਂ ਮਸ਼ੀਨੀ ਵੀ ਜਿਹੜੇ ਨੇ ਪੁਰਜੇ ਬਣਦੇ ਨੇ ਤੇ ਉਹਦੇ ਵਾਸਤੇ ਜਿਹੜੀ ਨਿਊ ਟੈਕਨੋਲੋਜੀ ਕੰਪਿਊਟਰ ਦਾ ਯੂਜ਼ ਕਰਨਾ ਪੈਂਦਾ ਹੈ ਵੀ ਜਿਵੇਂ ਮੇਰਾ ਫਾਰਮੇਸੀ ਬੈਕਗ੍ਰਾਉਂਡ ਸੀਗਾ ਬਿਲਕੁਲ ਆਈਡੀਆ ਨਹੀਂ ਸੀਗਾ ਵੀ ਕੰਪਿਊਟਰ ਨਾਲ ਕਿਵੇਂ ਚੀਜ਼ਾਂ ਕਰਦੇ ਆ ਤਾਂ ਜਿਵੇਂ ਲੋੜ ਪੈਂਦੀ ਰਹੀ ਸਮੇਂ ਦੇ ਮੁਤਾਬਿਕ ਉਹ ਚੀਜ਼ਾਂ ਸਿੱਖਦੇ ਗਏ ਤੇ ਆਹ ਚੀਜ਼ਾਂ ਹੁਣ ਜਿਹੜੀਆਂ ਨੇ ਰੈਡੀ ਹੋ ਰਹੀਆਂ ਨੇ। ਕੀ ਕੁਝ ਕਰਨ ਵਾਲਾ ਸੀਗਾ ਕੀ ਕੁਝ ਜਿਹੜਾ ਤੁਸੀਂ ਕੀਤਾ ਹੈ ਹਲੇ ਤੱਕ ਹਲੇ ਅੱਗੇ ਵੀ ਬਚਿਆ ਹੋਣਾ ਤੇ ਜਾਣਾ ਕਿੱਥੇ ਹੈ ਤਿਆਰ ਹੋ ਕੇ? ਇਹ ਪ੍ਰੋਜੈਕਟ ਮੈਂ ਮੁੰਬਈ ਜਾਣਾ ਹੈ ਇਹ ਪ੍ਰੋਡਕਟ ਤਾਂ ਇਹ ਜਿਹੜਾ ਇੱਕ ਨਾਰਮਲ ਹਾਰਲੇ ਡੇਵਿਡਸਨ ਦਾ ਇੱਕ ਮੋਟਰਸਾਈਕਲ ਸੀਗਾ ਬਹੁਤ 1600 ਸੀ ਤੇ ਇਹਨੂੰ ਜਿਹੜਾ ਕਸਟਮਰ ਦੀ ਰਿਕੁਆਇਰਮੈਂਟ ਸੀਗੀ ਵੀ ਸਲੀਕ ਇਹਦੀ ਇਹ ਯੂਨੀਬੋਡੀ ਇੱਕ ਲੁੱਕ ਚਾਹੀਦੀ ਹੈ ਤੇ ਪਿੱਛੇ ਜਿਹੜੇ ਨੇ 2 ਟਾਇਰਸ ਚਾਹੀਦੇ ਨੇ ਟਰਾਈਕ ਤੇ ਰਿਵਰਸ ਗੇਅਰ ਵਗੈਰਾ ਆ ਸਾਰੀਆਂ ਚੀਜ਼ਾਂ ਇਹਦੇ ਚ ਐਡ ਹੋਈਆਂ ਨੇ। ਕਿ ਇਦਾਂ ਦੀ ਚੀਜ਼ਾਂ ਜਦ ਇੰਟਰਨੈਟ 'ਤੇ ਤਸਵੀਰਾਂ ਮੁੰਡੇ ਦੇਖਦੇ ਹੋਣੇ ਆ ਵੀਡੀਓਜ਼ ਦੇਖਦੇ ਆ ਉਹਦਾ ਦੇਖ ਕੇ ਖੁਸ਼ ਹੋ ਜਾਂਦੇ ਤੁਸੀਂ ਤਾਂ ਖੁਦ ਆਪਣੇ ਹੱਥੀਂ ਤਿਆਰ ਕਰਦੇ ਹੋ ਤੁਹਾਨੂੰ ਤਾਂ ਜ਼ਿਆਦਾ ਸੈਟੀਸਫੈਕਸ਼ਨ ਮਿਲਦੀ ਹੋਈ। ਬਿਲਕੁਲ ਸਭ ਤੋਂ ਜ਼ਿਆਦਾ ਸੈਟੀਸਫੈਕਸ਼ਨ ਜਦੋਂ ਕਸਟਮਰ ਕੋਲੇ ਪ੍ਰੋਡਕਟ ਕੋਈ ਪਹੁੰਚਦਾ ਹੈ ਨਾ ਤੇ ਉਹ ਕਹਿੰਦਾ ਵੀ ਮੈਂ ਸੋਚਿਆ ਨਹੀਂ ਸੀਗਾ ਵੀ ਇਦਾਂ ਦਾ ਇੰਡੀਆ 'ਚ ਹੋ ਜਾਊਗਾ ਤਾਂ ਉਦੋਂ ਫਖਰ ਮਹਿਸੂਸ ਹੁੰਦਾ ਵੀ ਹਾਂ ਵੀ ਅਸੀਂ ਕੁਝ ਕਰਦੇ ਪਏ ਹਾਂ ਵੀ ਇੰਡੀਆ 'ਚ ਪਹਿਲਾਂ ਨਹੀਂ ਹੋਇਆ ਤੇ ਅਸੀਂ ਉਹਨੂੰ ਚੀਜ਼ ਨੂੰ ਅਟੇਨ ਕਰਦੇ ਪਏ ਹਾਂ। ਇਹਦੇ ਨਾਲ ਇੱਕ ਛੋਟਾ ਜਿਹਾ ਉਹ ਵੀ ਜਿਹੜਾ ਦਿਖ ਰਿਹਾ ਬੁਲਟ ਉਹ ਚ ਤਾਂ ਬੱਚੇ ਦਾ ਲੱਗ ਰਿਹਾ ਮੈਨੂੰ ਕਿਸੇ ਬੱਚੇ ਤਾਂ ਮੈਨੂੰ ਲੱਗ ਰਿਹਾ ਵੀ ਵਾਇਰਲ ਹੋ ਰਿਹਾ ਬਾਈਕ ਇਹ ਮਤਲਬ ਇੰਨੇ ਸਾਲਾਂ ਤੋਂ ਮਤਲਬ ਕਦੇ ਮੈਂ ਪੋਸਟ ਜ਼ਿਆਦਾ ਨਹੀਂ ਕੀਤਾ ਇਹਨੂੰ ਦਬਿਆ ਹੀ ਹੋਇਆ ਸੀ ਕਿਉਂਕਿ ਇਹ ਮੇਰੇ ਬੇਟੇ ਵਾਸਤੇ ਮੈਂ ਬਣਾਇਆ ਸੀਗਾ ਤੇ ਹੁਣ ਜਿਹੜਾ ਹੈ ਬੜਾ ਇਹਦੇ ਬਾਰੇ ਫੋਨ ਵੀ ਆ ਰਹੇ ਨੇ ਵੀ ਇਹ ਸਾਨੂੰ ਵੀ ਬਣਾ ਕੇ ਦਿਓ ਤਾਂ ਬਾਈ ਚਾਂਸ ਅਜੇ ਤਾਂ ਮੈਂ ਮਤਲਬ ਵਰਕਲੋਡ ਹੈ ਤਾਂ ਮੈਂ ਇਹ ਨਹੀਂ ਕਰ ਪਾ ਰਿਹਾ ਪਰ ਹੋਪਫੁਲੀ ਮੈਂ ਫਿਊਚਰ ਦੇ ਵਿੱਚ ਇਹ ਜਿਹੜੇ ਨੇ ਪ੍ਰੋਜੈਕਟਸ ਅੱਗੇ ਕਰਕੇ ਤੇ ਇਹਨੂੰ ਮੈਂ ਬੈਚ ਪ੍ਰੋਡਿਊਸ ਕਰੂੰਗਾ ਇਸ ਮੋਟਰਸਾਈਕਲ ਨੂੰ ਛੋਟੇ ਨੂੰ। ਧਿਆਨ ਦੇਣ ਵਾਲੀ ਗੱਲ ਹੈ ਕਰਨ ਜੀ ਜ਼ਰੂਰ ਦਿਖਾ ਦਿੱਤਾ ਜਾਵੇ ਆਪਾਂ ਜਿਹੜੇ ਲੋਕ ਸੋਚਦੇ ਹੋਣਗੇ ਮਾਰਕੀਟ ਦੇ ਵਿੱਚ ਕਈ ਵਾਰੀ ਇਦਾਂ ਦੀ ਜਿਹੜੀਆਂ ਕੁਝ ਟੌਇਜ਼ ਦੇ ਵਿੱਚ ਜ਼ਰੂਰ ਇਦਾਂ ਦੀ ਚੀਜ਼ਾਂ ਮਾਰਕੀਟ ਦੇ ਵਿੱਚ ਮਿਲ ਜਾਂਦੀਆਂ ਨੇ ਪਰ ਇਹਦੀ ਖਾਸੀਅਤ ਕੁਝ ਹੋਰ ਹੈ ਕਿਉਂਕਿ ਇਹ ਅਨੁਜ ਮੈਨੂੰ ਲੱਗਦਾ ਇਹ ਫੁੱਲ ਮੈਟਲ ਹੈ ਨਾ ਫੁੱਲ। ਹਾਂਜੀ ਜਿਹੜੇ ਪ੍ਰੈਜ਼ੈਂਟ ਮਾਰਕੀਟ ਦੇ ਵਿੱਚ ਨੇ ਆਪਣੇ ਇੰਡੀਆ 'ਚ ਤਾਂ ਕੋਈ ਮਤਲਬ ਆਟੋਮੋਟਿਵ ਵਿੱਚ ਕੋਈ ਟੌਇਜ਼ ਵਗੈਰਾ 'ਚ ਕੋਈ ਵੱਡੀ ਕੰਪਨੀ ਨਹੀਂ ਹੈਗੀ ਚਾਈਨਾ ਤੋਂ ਹੀ ਸਭ ਇੰਪੋਰਟ ਕਰਕੇ ਤੇ ਇਹਨੂੰ ਸੇਲ ਕਰਦੇ ਨੇ। ਉਹ ਜਿਹੜਾ ਵਹੀਕਲ ਹੁੰਦਾ ਟੋਟਲੀ ਪਲਾਸਟਿਕ ਦਾ ਹੁੰਦਾ ਆ ਤੇ ਉਹਦੇ ਟਾਇਰਸ ਜਿਹੜੇ ਹੁੰਦੇ ਨੇ ਉਹ ਵੀ ਰਬੜ ਮਟੀਰੀਅਲ ਦੇ ਹੁੰਦੇ ਨੇ ਮਤਲਬ 에ਅਰ ਵਗੈਰਾ ਨਹੀਂ ਫਿਲ ਹੁੰਦੀ। ਇਹ ਜਿਹੜਾ ਪੂਰਾ ਬਾਈਕ ਬਣਿਆ ਹੋਇਆ ਜਿਵੇਂ ਮੈਂ ਤਾਂ ਵੱਡੇ ਬਾਈਕ ਬਣਾ ਹੀ ਰਿਹਾ ਸੀ ਤੇ ਉਹਨੂੰ ਹੀ ਇੱਕ ਛੋਟਾ ਰੂਪ ਦਿੱਤਾ ਹੈ ਫੁੱਲ ਜਿਹੜੀ ਬੋਡੀ ਮੈਟਲ ਦੀ ਹੈ ਤੇ ਰੇਸ ਤੇ ਜਿਵੇਂ ਆਪਾਂ ਇਹਨੂੰ ਕੰਟਰੋਲ ਵੀ ਕਰ ਸਕਦੇ ਹਾਂ ਇਹਦੇ ਵਿੱਚ ਅੰਦਰ ਰੈਗੂਲੇਟਰ ਹੈ ਵੀ ਜਿਵੇਂ ਪੇਰੈਂਟ ਉਹਨੂੰ 1 2 3 ਤੇ ਕਲਿੱਕ ਕਰ ਸਕਦੇ ਨੇ ਵੀ 5 ਦੀ ਸਪੀਡ ਤੱਕ ਜਾਊਗਾ 10 ਦੀ ਸਪੀਡ ਤੱਕ ਜਾਊਗਾ ਜਾਂ 20 ਦੀ ਸਪੀਡ ਤੱਕ ਟੋਟਲ ਜਾਊਗਾ। ਜਿਵੇਂ ਜੇ ਕੋਈ ਮਤਲਬ ਅਡਲਟ ਇਹਨੂੰ ਚਲਾਉਣਾ ਚਾਹਵੇ ਤਾਂ ਉਹਨੂੰ ਟੌਪ ਸਪੀਡ ਉਹਦੀ ਵਧਾ ਕੇ ਤੇ ਇਹਨੂੰ 25 ਦੀ ਸਪੀਡ ਤੱਕ ਇਹਨੂੰ ਵਹੀਕਲ ਨੂੰ ਚਲਾਇਆ ਜਾ ਸਕਦਾ। ਨਾਲੇ ਅਨੁਜ ਜੀ ਹੋਰ ਕੀ ਕੁਝ ਇਸ ਟਾਈਮ ਤੇ ਤੁਹਾਡੇ ਕੋਲ ਆਰਡਰਸ ਆਏ ਹੋਏ ਨੇ ਜਿਹਨੂੰ ਤੁਸੀਂ ਕਸਟਮ ਕਰ ਰਹੇ ਹੋ ਹਨਾ ਸਾਰੀ ਚੀਜ਼ਾਂ ਉਸ ਤੇ ਕੰਮ ਚੱਲ ਰਿਹਾ ਹੈ ਕਿ ਇਹ ਵੀ ਬਹੁਤ ਸੋਹਣੀ ਚੀਜ਼ ਲੱਗ ਰਹੀ ਹੈ ਇਹਦੇ ਬਾਈਕ ਜਿਹੜੇ ਨੇ ਹੁਣ ਪ੍ਰੈਜ਼ੈਂਟਲੀ 3 ਬਾਈਕ ਜਿਹੜੇ ਨੇ ਕੈਨੇਡਾ ਜਾ ਰਹੇ ਨੇ ਰਾਇਲ ਇਨਫੀਲਡ ਜਿਹੜੇ ਨੇ ਇਹ ਉਹਨਾਂ 'ਚੋਂ ਇੱਕ ਹੈ ਇਹ ਮਤਲਬ ਰੋਡ ਤੇ ਚਲਾਉਣ ਦੀ ਬਜਾਏ ਉਹਨਾਂ ਨੇ ਇਹਨੂੰ ਅੰਦਰ ਆਪਣੇ ਐਜ਼ ਏ ਇੰਟੀਰੀਅਰ ਡੈਕੋਰੇਸ਼ਨ ਆਈਟਮ ਵਾਂਗੂ ਇਹ ਯੂਜ਼ ਕਰਨਾ ਇਹਨੂੰ। ਇਹਦੀ ਮੈਂ ਡਿਟੇਲ ਜੇ ਤੁਹਾਨੂੰ ਦਵਾਂ ਇਹਦੇ 'ਚ ਜਿਹੜਾ ਆ ਵੀ ਪੰਜਾਬ ਦਾ ਜਿਹੜਾ ਪ੍ਰੀ ਪਾਰਟੀਸ਼ਨ ਪੰਜਾਬ ਜਿਹੜਾ ਵੀ ਪਹਿਲਾਂ ਵਾਲਾ ਪੰਜਾਬ ਸੀਗਾ ਉਹਦਾ ਇੱਕ ਕਲਚਰ ਇਹਦੇ ਵਿੱਚ ਲੈ ਕੇ ਚੱਲੇ ਨੇ। ਜਿਵੇਂ ਪਹਿਲਾਂ ਦਿੱਲੀ ਵੀ ਜਿਹੜਾ ਪੰਜਾਬ ਦਾ ਹਿੱਸਾ ਹੁੰਦਾ ਸੀ ਤੇ ਉੱਤੇ ਕੇਸਰੀ ਫਲੈਗ ਜਿਹੜਾ ਆ ਫੋਰਟ ਤੇ ਝੂਲਦਾ ਹੁੰਦਾ ਸੀ ਉਹ ਜਿਹੜੀ ਹੈ ਉਸ ਵੇਲੇ ਦੀ ਇਨਗਰੇਵਿੰਗ ਆਰਟ ਜਿਹੜੀ ਸਟੈਂਪ ਪ੍ਰਿੰਟਿੰਗ ਜਿਹੜੀ ਚੱਦਰਾਂ ਤੇ ਹੁੰਦੀ ਸੀਗੀ ਉਹ ਜਿਹੜੀ ਸਟੈਂਪ ਆਰਟ ਇੱਕ ਲੈ ਕੇ ਗਏ ਆ। ਇੱਕ ਜਿਹੜੇ ਨੇ ਸਿੱਖ ਵੈਰੀਅਰਸ ਜਿਹੜੇ ਉਹ ਨਦੀ ਨੂੰ ਪਾਰ ਕਰਦੇ ਹੋਏ ਖਾਲਸਾ ਫਲੈਗ ਲੈ ਕੇ ਉਹ ਦਿਖ ਰਹੇ ਨੇ ਵੀ ਜਾਂਦੇ ਹੋਏ ਨੇ ਤੇ ਉਸ ਵੇਲੇ ਜਿਹੜੇ ਮੈਟਲਸ ਯੂਜ਼ ਹੁੰਦੇ ਸੀਗੇ ਜਿਵੇਂ ਪਿੱਤਲ ਦਾ ਹੁਣ ਯੂਜ਼ ਬਹੁਤ ਜ਼ਿਆਦਾ ਘਟ ਗਿਆ। ਪਹਿਲਾਂ ਪਿੱਤਲ ਤੇ ਐਲੂਮੀਨੀਅਮ ਜਿਹੜੇ ਨੇ ਬਰਤਨ ਵਗੈਰਾ ਹੁੰਦੇ ਸੀ ਉਹੀ 2 ਮੈਟਲ ਇਹਦੇ 'ਚ ਅਸੀਂ ਆ ਫਿਊਲ ਟੈਂਕ ਦੇ ਉੱਤੇ ਜਿਹੜੇ ਨੇ ਆ ਲੈ ਕੇ ਆਏ ਆ। ਇੱਧਰਲੇ ਪਾਸੇ ਜਿਹੜਾ ਆ ਵੀ ਇੱਕ ਸਿੱਖ ਵੈਰੀਅਰ ਬਾਬਾ ਦੀਪ ਸਿੰਘ ਜੀ ਦਾ ਪੋਰਟਰੇਟ ਇੱਥੇ ਮੈਂ ਕੀਤਾ ਹੋਇਆ ਆ ਜ਼ਰੂਰ। ਤੇ ਇਹ ਜਿਵੇਂ ਬਾਈਕ ਅਸੀਂ ਕੈਨੇਡਾ ਭੇਜਣੀ ਹੈ ਉੱਥੇ ਉਹਨਾਂ ਦਾ ਕੋਟ ਆਫ ਆਰਮਸ ਦਾ ਇਹ ਜਿਹੜਾ ਆ ਵੀ ਸਾਈਨ ਐਮਬਲਮ ਹੁੰਦਾ ਆ ਜਿਹੜਾ ਇਹ ਤੇ ਜਿਹੜਾ ਬਣਿਆ ਹੋਇਆ ਰਿਵਰਲੈਂਡਰ ਨਦੀਆਂ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਰਿਵਰਲੈਂਡਰ ਕਹਿੰਦੇ। ਪੰਜਾਬ 'ਚ ਤਾਂ ਪਹਿਲਾਂ ਹੀ ਪਾਣੀ ਜਿਹੜੇ ਨੇ 5 ਦਰਿਆ ਹੁੰਦੇ ਸੀ ਉਹ ਇੱਥੇ ਪੂਰਾ ਸ਼ੋਅ ਕੀਤਾ ਹੈ ਜਿਵੇਂ ਕਾਬੁਲ ਕੰਧਾਰ ਤੱਕ ਪਹਿਲਾਂ ਪੰਜਾਬ ਹੁੰਦਾ ਸੀਗਾ ਤੇ ਪੂਰੇ 5 ਦਰਿਆ ਜਿਹੜੇ ਨੇ ਅਲੱਗ-ਅਲੱਗ ਲਾਈਨਸ ਜਿਹੜੀਆਂ ਨੇ ਹੁਣ ਪ੍ਰੈਜ਼ੈਂਟ ਸਿਰਫ ਆ ਇੰਨਾ ਪੰਜਾਬ ਰਹਿ ਗਿਆ ਵੀ ਇਹ ਜਿਹੜੀ ਹੈ ਇਹ ਚੀਜ਼ਾਂ ਮੈਨੂੰ ਬੜਾ ਖੁਸ਼ੀ ਹੋਈ ਵੀ ਆਹ ਪ੍ਰੋਜੈਕਟ ਮੈਂ ਕੀਤਾ ਵੀ ਹੁਣ ਵੀ ਜਿਹੜੇ ਨੇ ਨਵੇਂ ਮੁੰਡੇ ਉਹ ਸੋਚਦੇ ਨੇ ਪੰਜਾਬ ਬਾਰੇ ਵੀ ਹਾਂ ਅਸੀਂ ਲੈ ਕੇ ਜਾਈ ਲੋਕਾਂ ਨੂੰ ਕਲਚਰ ਦੱਸੀਏ।
ਲਿਖਿਆ ਵੀ ਹੋਇਆ ਸੀ ਮੈਂ ਇੱਥੇ ਸ਼ਾਇਦ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਜਿਹੜਾ ਇਹ ਵੀ ਤਿਆਰ ਕਰਵਾਇਆ ਸੀ। ਪੰਜਾਬ ਦੇ ਵਿੱਚ ਪਹਿਲਾਂ ਜਿਹੜੀਆਂ ਨੇ ਉਰਦੂ, ਫਾਰਸੀ ਤੇ ਇਹ ਸਾਰੀ ਲੈਂਗੁਏਜ ਬੋਲੀਆਂ ਜਾਂਦੀ ਸੀ, ਉਹ ਸਾਰੀ ਇੱਥੇ ਜਿਵੇਂ ਇੱਧਰ ਪੰਜਾਬੀ ਦੇ ਵਿੱਚ ਲਿਖਿਆ ਹੋਇਆ, ਪਰਲੇ ਪਾਸੇ ਉਰਦੂ ਤੇ ਫਾਰਸੀ 'ਚ ਲਿਖਿਆ ਹੋਇਆ, ਉਹ ਵੀ ਤੁਸੀਂ ਦਿਖਾ ਸਕਦੇ ਹੋ। ਬਿਲਕੁਲ ਇਹ ਜਿਹੜੀ ਹੈ ਕਾਫੀ ਅਲੱਗ ਜਿਹੀ ਚੀਜ਼, ਯੂਨੀਕ ਜਿਹੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਅਤੇ ਕਿਵੇਂ ਦਾ ਲੱਗਦਾ ਹੈ ਅਨੁਜ ਜੀ? ਮਤਲਬ ਤੁਸੀਂ ਹਾਲੇ ਇਸ ਤੋਂ ਪਹਿਲਾਂ ਗੱਲਬਾਤ ਦੇ ਦੌਰਾਨ ਦੱਸਿਆ ਫਾਰਮੇਸੀ ਕੀਤੀ ਹੋਈ ਹੈ, ਫਾਰਮੇਸੀ ਤੋਂ ਬਾਅਦ ਲੋਕਾਂ ਨੂੰ ਇੱਕ ਲੱਗਦਾ ਹੋਏਗਾ ਨਾ ਕਿ ਦੇਖੋ ਤੁਸੀਂ ਪਹਿਲਾਂ ਮਤਲਬ ਪੂਰੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ, ਉਸ ਤੋਂ ਬਾਅਦ ਤੁਸੀਂ ਆਪਣਾ ਸ਼ੌਂਕ ਤੇ ਸੁਪਨਾ ਪੂਰਾ ਕਰਿਆ, ਤੇ ਪਰਿਵਾਰ ਦਾ ਕਿਹੋ ਜਿਹਾ ਸਪੋਰਟ ਰਿਹਾ? ਐਕਚੁਅਲੀ ਇਹ ਜਿਹੜੇ ਕੁਝ ਇਸ ਤਰ੍ਹਾਂ ਦੇ ਮਤਲਬ ਬਿਜ਼ਨਸ ਕਹਿ ਲਓ ਇਹਨੂੰ, ਜਾਂ ਕਹਿ ਲਓ ਇੱਕ ਲਾਈਨ ਇੱਕ ਨਵੀਂ ਚੁਣਨੀ ਹੁੰਦੀ ਹੈ, ਤਾਂ ਇਹ ਕਦੇ ਵੀ ਨਾ ਕਲੀਅਰ ਨਹੀਂ ਹੁੰਦਾ ਡੇ 1 ਤੋਂ ਵੀ ਹਾਂ ਇਹਦੇ ਵਿੱਚ ਹੋ ਹੀ ਜਾਊਗਾ। ਮਤਲਬ ਸ਼ੁਰੂਆਤੀ ਤੌਰ ਤੇ ਬੰਦਾ ਆਪਣੀ ਖੁਸ਼ੀ ਵਾਸਤੇ ਕਰਦਾ ਹੈ, ਕੋਈ ਪੇਂਟਿੰਗ ਕਰਦਾ, ਕੋਈ ਕੁਝ ਕਰਦਾ, ਹੌਲੀ ਹੌਲੀ ਕੁਝ ਚੰਗੇ ਲੋਕ ਨਾਲ ਮਿਲਦੇ ਨੇ, ਉਹ ਕਹਿੰਦੇ ਵੀ ਯਾਰ ਤੂੰ ਤਾਂ ਵਧੀਆ ਕਰ ਰਿਹਾ, ਤੂੰ ਇਹਨੂੰ ਫਾਈਨੈਂਸ਼ੀਅਲੀ ਜਿਹੜਾ ਵੀ ਆਪਣਾ ਸੋਰਸ ਕਿਉਂ ਨਹੀਂ ਬਣਾਉਂਦਾ। ਤਾਂ ਇਸ ਤਰ੍ਹਾਂ ਕਰਦੇ ਕਰਦੇ, ਪਰ ਜਿਵੇਂ ਤੁਹਾਨੂੰ ਦੱਸਿਆ ਵੀ ਇਹੀ ਸੋਚਦੇ ਸੋਚਦੇ ਕੁਝ ਲੋਕ ਜਿਹੜੇ ਨੇ ਇਕੱਲੀ ਇੱਕ ਹੀ ਲਾਈਨ ਚੂਜ਼ ਕਰ ਲੈਂਦੇ ਨੇ ਵੀ ਮੈਂ ਤਾਂ ਇਹੀ ਕਰਨਾ, ਨਹੀਂ ਤਾਂ ਨਹੀਂ। ਪਰ ਮੈਂ ਥੋੜਾ ਜਿਹਾ ਵੀ ਘਰਦਿਆਂ ਦੀ ਸੁਣ ਕੇ ਕਹਿ ਲਓ ਤੇ ਵੀ ਉਹ ਜਿਵੇਂ ਨਾਲ ਨਾਲ ਕਰਦਾ ਰਿਹਾ, ਡਿਪਲੋਮਾ ਕੀਤਾ। ਘਰਦਿਆਂ ਦੀ ਵੀ ਸੁਣ ਲਈ ਤੇ ਆਪਣੇ ਮਨ ਦੇ ਵੀ ਤਾਂ ਜ਼ਰੂਰੀ ਸੀਗਾ ਨਾ ਵੀ ਮਿਡਲ ਕਲਾਸ ਫੈਮਿਲੀ ਦੇ ਵਿੱਚ ਇੰਨਾ ਹੁੰਦਾ ਵੀ ਤੁਹਾਡਾ ਫਾਈਨੈਂਸ਼ੀਅਲੀ ਪਾਕਟ ਮਨੀ ਹੈ, ਸਾਰਾ ਕੁਝ ਇੰਨਾ ਨਹੀਂ ਹੁੰਦਾ ਵੀ ਤੁਸੀਂ ਇਕੱਲੇ ਹੀ ਤੀਰ ਮਾਰ ਦੋਗੇ, ਨਾਲ ਚੀਜ਼ਾਂ ਲੈ ਕੇ ਚੱਲਣੀਆਂ ਪੈਂਦੀਆਂ ਨੇ। ਤਾਂ ਡੀ ਫਾਰਮੇਸੀ ਕੀਤੀ, ਬੀ ਫਾਰਮੇਸੀ ਕੀਤੀ, ਉਹਦਾ ਫਾਇਦਾ ਇਹ ਰਿਹਾ ਵੀ ਮੈਨੂੰ ਆਪਣੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਇੱਕ ਜਿਹੜੀ ਹੈ ਵੀ ਫਿਕਸ ਇਨਕਮ ਮੈਨੂੰ ਮਿਲਦੀ ਰਹੀ, ਵੀ 9 ਤੋਂ 3 ਉੱਥੇ ਜੋਬ ਕਰ ਲਈ ਤੇ 3 ਵਜੇ ਤੋਂ ਫਿਰ 9 ਵਜੇ ਤੱਕ, ਮਤਲਬ 6 ਉਹਨਾਂ ਨੂੰ ਦੇ ਦਿੱਤੇ ਘੰਟੇ, 6 ਆਪਣੇ ਆਪ ਨੂੰ ਦੇ ਦਿੱਤੇ। ਤਾਂ ਇੱਕ ਟਾਈਮ ਆਇਆ ਵੀ 6 ਘੰਟੇ ਜਿਹੜੇ ਉਹ ਬਰਾਬਰ ਤਰਾਜੂ ਚੱਲਦੇ ਰਹੇ। ਫਿਰ ਕੀ ਹੋਇਆ, ਜੋਬ ਵਾਲਾ ਪਾਸਾ ਮੈਨੂੰ ਹਲਕਾ ਲੱਗਣ ਲੱਗ ਗਿਆ, ਜਿਹੜਾ ਆਹ ਪਾਸਾ ਜਿਹੜਾ ਆ ਭਾਰਾ ਹੋ ਗਿਆ। ਫਿਰ ਬੜਾ ਈਜ਼ੀ ਹੋ ਗਿਆ ਚੂਜ਼ ਕਰਨ ਵਾਸਤੇ ਵੀ ਹੁਣ ਆਹ ਲੈਣਾ ਆ ਤੇ ਇਹ ਮੈਂ ਛੱਡ ਦੇਣਾ। ਉਹਦੇ 'ਚ ਮੈਂ ਰਿਸਪੈਕਟਫੁਲੀ ਇੱਕ ਜਿਹੜੀ ਆਪਣੀ ਜੋਬ ਜਿਹੜੀ ਉਹ ਰਿਜ਼ਾਈਨ ਕਰਤਾ ਵੀ ਕਿਸੇ ਹੋਰ ਲੋੜਵੰਦ ਨੂੰ ਉੱਥੇ ਮੌਕਾ ਮਿਲੂਗਾ ਤੇ ਮੈਂ ਪ੍ਰੋਪਰ ਫੁੱਲ ਟਾਈਮ ਇੱਧਰ ਹੋ ਗਿਆ। ਇੱਕ ਇਹ ਵੀ ਚੀਜ਼ ਨਜ਼ਰ ਆ ਰਹੀ ਹੈ ਹਲੇ ਇਸ ਤੇ ਵੀ ਮੈਨੂੰ ਲੱਗਦਾ ਕੰਮ ਚੱਲ ਰਿਹਾ ਨਾ, ਇਹ ਕਿੱਥੇ ਦਾ ਹੈ, ਕਿੱਥੇ ਜਾਣਾ ਹੈ ਤਿਆਰ ਹੋ ਕੇ? ਕੀ ਬਾਹਰ ਕੱਢਿਆ ਵੀ ਹੁਣ ਜਿਹੜਾ ਇਹਨੂੰ ਕਾਫੀ ਟਾਈਮ ਹੋ ਗਿਆ ਪ੍ਰੋਜੈਕਟ ਨੂੰ ਵੀ ਇਹਨੂੰ ਕੰਪਲੀਟ ਕਰੀਏ। ਹੁਣ ਇਹ ਜਿਹੜਾ ਆ ਜੈਪੁਰ ਜਿਹੜਾ ਫੋਰਟ ਦੇ ਵਿੱਚ ਇੱਕ ਜਾਣਾ ਹੈ, ਹਬਲੈਸ ਵੀਲ ਹੈ, ਇਹ ਬਿਲਕੁਲ ਅਲੱਗ ਤਰੀਕੇ ਦਾ। ਨੈਕਸਟ ਜਦੋਂ ਤੁਸੀਂ ਸ਼ੂਟ ਕਰੋਗੇ ਤੁਹਾਨੂੰ ਮੈਂ ਕੰਪਲੀਟ ਹੁਣ ਅਗਲੇ ਮਹੀਨੇ ਤੁਹਾਨੂੰ ਇਹ ਸ਼ੋਅ ਕਰੂੰ। ਜੀ ਜੀ ਜੀ। ਇਹਦੇ ਵਿੱਚ ਮਤਲਬ ਕਾਫੀ ਚੀਜ਼ਾਂ ਕਰਨ ਵਾਲੀ ਇਹਦੇ ਵਿੱਚ ਆਲਮੋਸਟ ਪਾਰਟ ਸਾਰੇ ਬਣੇ ਹੋਏ ਨੇ, ਪਰ ਕੁਝ ਅਰਜੈਂਟ ਵਾਲੇ ਜਿਵੇਂ NRIs ਵੀਰਾਂ ਕੋਲ ਟਾਈਮ ਥੋੜਾ ਜਿਹਾ ਘੱਟ ਹੁੰਦਾ, ਉਹ ਆਉਂਦੇ ਨੇ 6 ਮਹੀਨੇ ਬਾਅਦ, ਉਹ ਕਹਿੰਦੇ ਵੀ ਇੰਨੇ ਟਾਈਮ ਇੰਨੀ ਉਹਨਾਂ ਦਾ ਫਿਕਸ ਹੁੰਦਾ ਸਾਰਾ ਵੀ ਇੰਨੇ ਫਲਾਈਟ ਇੰਨੇ ਤਰੀਕ ਨੂੰ ਆਣੀ ਹੈ, ਇੰਨੇ ਨੂੰ ਜਾਣੀ ਹੈ। ਜਿਵੇਂ ਹੁਣ ਈਦ ਦਾ ਚੱਲ ਰਿਹਾ ਤੇ ਕਈ ਬਾਈਕਸ ਜਿਹੜੀਆਂ ਨੇ ਦੁਬਈ ਵਾਲੀਆਂ ਨੇ, ਉਹਨਾਂ ਨੇ 3 ਤਰੀਕ ਨੂੰ ਡਿਲੀਵਰ ਕਰਨੀ ਹੈ। ਉਧਰ ਮੈਂ ਤੁਹਾਨੂੰ ਦਿਖਾਉਣਾ 2 ਬਾਈਕ ਜਿਹੜੀਆਂ ਉਹ ਰੈਡੀ ਹੋ ਰਹੀਆਂ ਨੇ, ਹਾਰਲੇ ਡੇਵਿਡਸਨ ਉਹ ਡਿਲੀਵਰ ਕਰਨੀਆਂ ਨੇ। ਤਾਂ ਕਰਕੇ ਇਹ ਜਿਹੜੇ ਲੋਕਲ ਵਾਲੇ ਪ੍ਰੋਜੈਕਟ ਨੇ ਕਈ ਵਾਰ ਥੋੜਾ ਡਿਲੇ ਹੋ ਜਾਂਦੇ ਨੇ। ਅਨੁਜ ਇੱਕ ਨਾ ਬਾਹਰ ਗੱਡੀ ਵੀ ਖੜੀ, ਮੈਂ ਜ਼ਰੂਰ ਚਾਹਨੀ ਉਹ ਲੋਕਾਂ ਨੂੰ ਵੀ ਦਿਖੇ ਤੇ ਉਹਦੇ ਬਾਰੇ ਮੈਂ ਵੀ ਜਾਣਕਾਰੀ ਲੈਣੀ ਕਿ ਉਹਦੇ 'ਚ ਕੀ ਕੁਝ ਹੈਗਾ, ਕੀ ਕੁਝ ਚੀਜ਼ਾਂ ਨਹੀਂ ਕਰਨ ਵਾਲੀਆਂ। ਇੱਕ ਆਰਮੀ ਟਰੱਕ ਹੈ, ਉਹ ਮਤਲਬ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਬੜੇ ਥੋੜੇ ਵਹੀਕਲ ਜਿਹੜੇ ਨੇ ਇੰਡੀਅਨ ਆਰਮੀ ਕੋਲੇ ਆਏ ਸੀ ਇਹ ਰਸ਼ੀਆ ਤੋਂ। ਆਰਮੀ ਟਰੱਕ? ਹਾਂਜੀ ਆਰਮੀ ਟਰੱਕ ਹੈ, ਉਹ ਮਿਸਾਈਲ ਕੈਰੀਅਰ ਹੈ ਐਕਚੁਅਲੀ, ਵੀ ਵੈਪਨ ਕੈਰੀਅਰ ਇਹਨੂੰ ਕਹਿੰਦੇ ਆ। ਵੀ ਇਹ 6x6 ਹੈ, ਜਿਲ 131 ਇਹਦਾ ਨਾਮ ਹੈ ਤੇ ਇਹ ਲੈਫਟ ਹੈਂਡ ਡਰਾਈਵ ਹੈ। ਤਾਂ ਕਰਕੇ ਇਹ ਬੜਾ ਫੇਵਰੇਟ ਹੈ ਵੀ ਕੈਨੇਡੀਅਨ ਜਿਹੜੇ ਟਰੱਕ ਜਿਹੜੇ ਕਸਟਮ ਕਰਾਉਂਦੇ ਨੇ ਆਪਣੇ ਇੰਡੀਆ ਤੋਂ ਜਿਹੜੇ ਲੈ ਕੇ ਜਾਂਦੇ ਨੇ, ਉਹਨੂੰ ਲੈਫਟ ਹੈਂਡ ਡਰਾਈਵ ਚਾਹੀਦਾ ਹੁੰਦਾ ਵੀ ਉੱਥੇ ਜਿਹੜਾ ਡਾਕੂਮੈਂਟੇਸ਼ਨ 'ਚ ਕੋਈ ਦਿੱਕਤ ਨਾ ਆਵੇ। ਤੇ ਇਹ ਜਿਹੜਾ ਆ ਫੂਡ ਟਰੱਕ ਕਹਿ ਲਓ ਇਹਨੂੰ, ਜਾਂ ਜਿਵੇਂ ਵੈਨਿਟੀ ਇੱਕ ਹੁੰਦੀ ਹੈ, ਵੈਨਿਟੀ ਟਾਈਪ ਦਾ ਇਹ ਬਣ ਕੇ ਜਾਣਾ ਵਾਂਗੂ ਇਹ ਤਿਆਰ ਕਰਨੀ ਹੈ। ਅੱਛਾ, ਤੇ ਇਹ ਮਤਲਬ ਇੱਕ ਤਰੀਕੇ ਨਾਲ ਇਹ ਰਸ਼ੀਆ ਦਾ ਜਿਹੜਾ ਆਰਮੀ ਟਰੱਕ ਹੈ ਉਹ ਹੈ? ਰਸ਼ੀਆ ਦਾ ਆਰਮੀ ਟਰੱਕ ਹੈ, ਹੁਣ ਵੀ ਰਸ਼ੀਅਨ ਆਰਮੀ ਇਹਨੂੰ ਯੂਜ਼ ਕਰਦੀ ਹੈ ਇਸ ਵੇਲੇ ਵੀ। ਇਹ ਮਤਲਬ ਇਹ ਇੰਨਾ ਪਰਫੈਕਟ ਦੀ ਇੰਜੀਨੀਅਰਿੰਗ ਹੈ, ਉਸੇ ਵੇਲੇ ਦੇ ਵਿੱਚ ਇਹਦੇ 'ਚ ਉਹ ਟੈਕਨੋਲੋਜੀਆਂ ਲੱਗੀਆਂ ਹੋਈਆਂ। ਜਿਵੇਂ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਦੱਸਦਾ, ਇਹਦੇ ਵਿੱਚ ਜਿਹੜੇ ਨੇ ਇੱਥੇ ਵਾਲਵਸ ਲੱਗੇ ਹੁੰਦੇ ਨੇ ਵੀ ਜਿਹੜਾ ਡਰਾਈਵਰ ਅੰਦਰ ਬੈਠਾ ਹੀ ਸਾਰੇ ਟਾਇਰਾਂ ਦਾ ਪ੍ਰੈਸ਼ਰ ਚੈੱਕ ਕਰ ਲਾਂ। ਜਿਵੇਂ ਹੁਣ ਅੱਜ ਪ੍ਰੈਜ਼ੈਂਟ BMW Audi 'ਚ ਫੀਚਰ ਆਉਂਦੇ ਨੇ, ਇਹ 67 ਦੇ ਵਿੱਚ ਇਹਦੇ ਅੰਦਰ ਇਨਲੈਟ ਵਾਲਵ ਜਿਹੜੀਆਂ ਨੇ ਵੀਲ 'ਚ ਹੀ ਲੱਗੀਆਂ ਹੋਈਆਂ ਨੇ। ਅੰਦਰ ਬੈਠਾ ਹੀ ਬੰਦਾ ਚਾਰੇ ਟਾਇਰਾਂ 5-6 ਟਾਇਰਾਂ ਦੀ ਜਿਹੜੀ ਹਵਾ ਚੈੱਕ ਕਰ ਸਕਦਾ ਤੇ ਭਰ ਸਕਦਾ ਅੰਦਰ। ਮਤਲਬ ਇਹ ਟਰੱਕ ਇੱਥੇ ਤੱਕ ਕਿਵੇਂ ਪਹੁੰਚਿਆ ਹੋਏਗਾ? ਮਤਲਬ ਪਹਿਲਾਂ ਇੰਡੀਅਨ ਆਰਮੀ ਨੇ ਲਿਆ ਹੈ? ਇਹ 67-68 ਦੇ ਵਿੱਚ ਰਸ਼ੀਅਨ ਆਰਮੀ ਕੋਲੇ ਸੀਗਾ। ਜਿਵੇਂ ਰਸ਼ੀਆ ਦੇ ਇੰਡੀਆ ਨਾਲ ਸੰਬੰਧ ਵਧੀਆ ਰਹੇ ਨੇ, ਇੱਕ ਦੂਜੇ ਨਾਲ ਟੈਕਨੋਲੋਜੀ ਦਾ ਆਦਾਨ ਪ੍ਰਦਾਨ ਕਰਦੇ ਆ। 80s ਦੇ ਵਿੱਚ ਇੰਡੀਅਨ ਆਰਮੀ ਨੇ ਇਹਨੂੰ ਆਪਣੇ ਕਾਰਵਾਂ 'ਚ ਐਡ ਕੀਤਾ ਤੇ ਜਿਵੇਂ 20 ਸਾਲ ਜਿਹੜਾ ਆਰਮੀ ਯੂਜ਼ ਕਰਕੇ ਫਿਰ ਉਹਨੂੰ ਵਹੀਕਲ ਨੂੰ ਰਿਟਾਇਰ ਕਰ ਦਿੰਦੇ ਨੇ। ਉਦੋਂ ਬਾਅਦ ਜਿਹੜਾ ਆਕਸ਼ਨ 'ਚ ਆ ਗਿਆ, ਇਹ ਚੱਲੇ ਬਹੁਤ ਥੋੜੇ, ਮਤਲਬ ਇਹਨਾਂ ਨੂੰ ਜ਼ਿਆਦਾ ਯੂਜ਼ ਨਹੀਂ ਕੀਤਾ। ਇਹਨਾਂ ਨੂੰ ਸ਼ੋਅ ਵਾਸਤੇ ਹੀ, ਜਾਂ ਜਿਹੜੇ ਕਿਤੇ ਕੋਈ ਐਕਸਪੋ ਹੈ ਇਹਨਾਂ ਦਾ ਜਾਂ ਕੋਈ ਪਰੇਡ ਹੈ, ਉੱਥੇ ਹੀ ਸਿਰਫ ਇਹਨਾਂ ਨੂੰ ਆਰਮੀ ਵਾਲਿਆਂ ਨੇ ਯੂਜ਼ ਕੀਤਾ। ਤਾਂ ਕਰਕੇ ਜਿਹੜੇ ਨੇ ਅਨਯੂਜ਼ਡ ਕਹਿ ਲਓ ਇਹਨਾਂ ਨੂੰ ਵਹੀਕਲ ਨੂੰ। ਇੰਜਨ ਇੱਕਦਮ ਬ੍ਰੈਂਡ ਨਿਊ ਪਏ ਨੇ, ਟਾਇਰ ਤੁਸੀਂ ਦੇਖੋ ਬਿਲਕੁਲ ਸਾਫ਼ ਪਏ ਨੇ, ਚੈਸੀ ਦੇ ਵਿੱਚ ਕੋਈ ਰਸਟ ਨਹੀਂ ਹੈਗਾ। ਬੋਡੀ ਇਹਦੀ ਪਹਿਲਾਂ ਹੀ ਸਾਰੀ ਐਲੂਮੀਨੀਅਮ ਦੀ ਹੈ ਜਿਹਨੂੰ ਰਸਟਿੰਗ ਨਹੀਂ ਹੋਣੀ। ਤਾਂ ਕਰਕੇ ਮੈਨੂੰ ਲੱਗਿਆ ਵੀ ਵਰਥ ਹੈ ਵੀ ਇਹ ਵਹੀਕਲ ਲੈਣਾ। ਕਿੱਥੇ ਜਾਣਾ ਹੈ ਤਿਆਰ ਹੋ ਕੇ ਅਨੁਜ? ਇਹ ਵੀ ਕੈਨੇਡਾ ਹੀ ਜਾਣਾ ਆ। ਤੇ ਨਕੋਦਰ ਕੋਲੇ ਇੱਕ ਪਿੰਡ ਹੈ, ਉੱਥੇ ਉਹ ਭਾਜੀ ਰਹਿੰਦੇ ਨੇ ਤੇ ਪਹਿਲਾਂ ਉਹਨਾਂ ਕੋਲ ਜਾਊਗਾ, ਉੱਥੋਂ ਫਿਰ ਇਹ ਜਿਹੜਾ ਆ ਵੀ ਉੱਥੇ ਅੱਗੇ ਜਿਹੜਾ ਕੈਨੇਡਾ ਹੀ ਭੇਜਣਾ।
ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਤੁਸੀਂ ਇਹ ਸਾਰੀ ਚੀਜ਼ਾਂ ਦੱਸ ਰਹੇ ਹੋ, ਕਦੋਂ ਸੋਚ ਲਿਆ ਸੀਗਾ ਕਿ ਤੁਸੀਂ ਮਤਲਬ ਇਸ ਲਾਈਨ ਦੇ ਵਿੱਚ ਆਣਾ? ਕਹਿੰਦੇ ਮਤਲਬ ਇੱਕ ਹੁੰਦਾ ਹੈ ਕਿ ਕਿਸੇ ਨੂੰ ਜਦ ਕੋਈ ਸ਼ੌਂਕ ਹੁੰਦਾ ਨਾ, ਉਹ ਬਚਪਨ ਤੋਂ ਹੀ ਨਜ਼ਰ ਆ ਜਾਂਦਾ ਹੈ, ਪੇਰੈਂਟਸ ਨੂੰ ਵੀ ਨਜ਼ਰ ਆ ਜਾਂਦਾ ਹੈ ਕਿ ਇਹਨੇ ਅੱਗੇ ਜਾ ਕੇ ਇਹ ਕਰਨਾ ਹੈ। ਨਜ਼ਰ ਤਾਂ ਤਕਰੀਬਨ ਹਰੇਕ ਪੇਰੈਂਟ ਨੂੰ ਆਪਣੇ ਬੱਚੇ ਦੇ ਵਿੱਚ ਕੁਛ ਨਾ ਚੀਜ਼ ਨਜ਼ਰ ਆ ਜਾਂਦੀ ਹੈ। ਕੋਈ ਕਹਿੰਦਾ ਆਪਣੇ ਟੋਏ ਤੋੜ ਕੇ ਜੋੜ ਲੈਂਦਾ ਹੈ, ਕੋਈ ਕੁਝ ਕਰ ਲੈਂਦਾ। ਜਿਹੜੇ ਕੰਪਿਊਟਰ ਦੇ ਬਣਾ ਰਹੇ ਨੇ, ਸੌਫਟਵੇਅਰ ਬਣਾਉਂਦੇ ਨੇ, ਉਹ ਸਾਰੀ ਆਟੋਮੇਸ਼ਨ ਹੋ ਗਈ। ਮਤਲਬ ਮਸ਼ੀਨਾਂ ਸਫਾਈ ਵਾਲੀਆਂ ਆ ਜਾਣਗੀਆਂ ਤੇ ਜਿਹੜੇ ਬੋਟਸ ਆ ਗਏ ਹੁਣ ਤਾਂ ਵੀ ਕੰਪਿਊਟਰ ਤੇ ਆਪਣੇ ਆਪ ਹੀ ਉਹ ਕਰੀ ਜਾਂਦੇ ਨੇ। ਉਹ ਸਾਰੀ ਜਿਹੜੀਆਂ ਜੌਬਸ ਨੇ ਆਟੋਮੇਸ਼ਨ ਨੇ ਖਾ ਜਾਣੀਆਂ ਨੇ। ਸਿਰਫ ਇੱਕ ਜਿਹੜੀ ਜੌਬ ਇੱਕ ਮਤਲਬ ਬਚੂਗਾ, ਉਹ ਹੈ ਕ੍ਰੀਏਟੀਵਿਟੀ। ਕੰਪਿਊਟਰ ਆਪਣੇ ਆਪ ਕ੍ਰੀਏਟ ਨਹੀਂ ਕਰ ਸਕਦਾ ਚੀਜ਼ਾਂ। ਕ੍ਰੀਏਟੀਵਿਟੀ ਜਿਹੜੀ ਹੈ, ਇਨੋਵੇਸ਼ਨ ਜਿਹੜੀ ਹੈ, ਉਹ ਜਿਹੜਾ ਕੋਈ ਬੱਚਾ ਸ਼ੁਰੂ ਤੋਂ ਹੀ ਉਹਨੂੰ ਨਰਿਸ਼ ਕੀਤਾ ਜਾਊਗਾ, ਪੌਦਾ ਵੱਡਾ ਹੋਊਗਾ ਤਾਂ ਹੀ ਫੁੱਲ ਦੇਊਗਾ। ਪਰ ਆਪਣੇ ਇੱਥੇ ਪੁੱਠਾ ਹੋ ਰਿਹਾ। ਜਿਹੜਾ ਕੋਈ ਕ੍ਰੀਏਟੀਵਿਟੀ ਹੁੰਦਾ ਉਹਨੂੰ ਕਹਿੰਦੇ ਇਹ ਤਾਂ ਮੂਰਖ ਹੈ, ਇਹ ਹੋਰ ਹੀ ਕੋ ਕਰੀ ਜਾਂਦਾ ਆ, ਵੀ ਬਾਕੀ ਸਾਰੇ ਬੱਚੇ ਉਹ ਕਰ ਰਹੇ ਨੇ। ਤਾਂ ਮੇਰਾ ਤਾਂ ਪੇਰੈਂਟਸ ਨੂੰ ਹੀ ਕਹਿਣਾ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚੇ ਦੇ ਵਿੱਚ ਕੁਝ ਅਲੱਗ ਜਿਹੜੀ ਹੈ ਕਲਾਕਾਰੀ ਹੈ, ਸਟੱਡੀ ਨੋ ਡਾਊਟ ਉਹ ਕਰਨੀ ਚਾਹੀਦੀ ਹੈ, ਉਹ ਜ਼ਰੂਰੀ ਹੈ ਇੱਕ ਸਟੇਬਲ ਲਾਈਫ ਵਾਸਤੇ। ਪਰ ਜਿਹੜਾ ਉਹਦਾ ਇੱਕ ਅਲੱਗ ਜਿਹੜੀ ਉਹ ਧਾਰਾ ਵੱਲ ਜਾਣਾ ਚਾਹ ਰਿਹਾ, ਉਹਨੂੰ ਵੀ ਉਹਦੇ ਬਾਰੇ ਜ਼ਰੂਰ ਦੱਸੋ ਵੀ ਪੜ੍ਹ ਕੇ, ਵੀ ਤੇਰੀ ਜਿਹੜੀ ਫੀਲਡ ਤੋਂ ਆ ਚੁਣ ਰਿਹਾ, ਇਹਦੇ ਵਿੱਚ ਜਿਹੜਾ ਇਹ ਸੁਪੀਰੀਅਰ ਹੈ, ਸੁਪੀਰੀਅਰ ਨੂੰ ਫੋਲੋ ਕਰੋ। ਵੀ ਸਭ ਤੋਂ ਉੱਤੇ ਵਾਲਾ ਦੇਖੋ ਵੀ ਉਹਨੇ ਐਵੇਂ ਕਰਕੇ ਐਵੇਂ ਕੀਤਾ ਸੀ, ਕੀ ਪਤਾ ਉਹ ਜਿਹੜਾ ਕੱਲ ਨੂੰ ਉਹੀ ਉਹਦੇ ਲਾਗੇ ਪਹੁੰਚ ਜੇ। ਅਸੀਂ ਵਰਕਸ਼ਾਪ ਦੇ ਅੰਦਰ ਵੀ ਚੱਲਾਂਗੇ, ਉੱਥੇ ਵੀ ਕਿਹੜੀ ਚੀਜ਼ਾਂ ਤੇ ਕੰਮ ਚੱਲ ਰਿਹਾ ਉਹ ਵੀ ਦੇਖਾਂਗੇ। ਅਨੂ ਜੀ, ਇੱਥੇ ਇੱਕ ਹੋਰ ਸਵਾਲ ਹੋਏਗਾ, ਜਿਹੜੀ ਕਲਾਕਾਰੀ ਸਾਡੀ ਤੁਹਾਡੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਕਿ ਜੋ ਚੀਜ਼ਾਂ ਤੁਸੀਂ ਕਰ ਲੈਂਦੇ ਹੋ, ਜੋ ਹੁਨਰ ਹੈ ਤੁਹਾਡੇ ਅੰਦਰ, ਹੁਣ ਲੋਕਾਂ ਦੇ ਦਿਮਾਗ 'ਚ ਇੱਕ ਸਵਾਲ ਆ ਰਿਹਾ ਹੋਏਗਾ, ਟ੍ਰੇਨਿੰਗ ਬੜੇ ਚੰਗੇ ਜਗ੍ਹਾ ਤੋਂ ਲਿੱਤੀ ਹੋਣੀ ਹੈ, ਟ੍ਰੇਨਿੰਗ ਤੁਸੀਂ ਪਤਾ ਨਹੀਂ ਕਿੱਥੋਂ ਸਿੱਖ ਲਿਆ ਇਹ ਸਾਰੀ ਚੀਜ਼ਾਂ। ਤੇ ਇਹ ਜ਼ਰੂਰ ਦੱਸ ਦਿਓ ਕਿਵੇਂ ਟ੍ਰੇਨਿੰਗ ਕਿੰਨੇ ਸਾਲਾਂ ਪਹਿਲਾਂ ਲੈਣੀ ਸ਼ੁਰੂ ਕੀਤੀ ਸੀ ਤੇ ਕਿਵੇਂ ਸਿੱਖਿਆ, ਕਿਵੇਂ ਇਹ ਸਭ ਕੁਝ ਕਿਵੇਂ? ਮੈਮ, ਜਿਹੜੀ ਕੁਝ ਡਿਪਾਰਟਮੈਂਟਸ ਇਦਾਂ ਦੇ ਹੁੰਦੇ ਨੇ ਜਾਂ ਕੁਝ ਜਿਹੜੇ ਨੇ ਵੀ ਕੰਮ ਇਦਾਂ ਦੇ ਹੁੰਦੇ ਨੇ ਜਿਹੜੇ ਇੱਥੇ ਪਹਿਲਾਂ ਤੋਂ ਹੀ ਹੋ ਰਹੇ ਨੇ। ਜਿਵੇਂ ਪੱਤਰਕਾਰਿਤਾ ਦੀ ਗੱਲ ਕਰ ਲਈਏ ਜਾਂ ਕੰਪਿਊਟਰ ਐਪਲੀਕੇਸ਼ਨ ਦੀ ਗੱਲ ਕਰ ਲਈਏ ਜਾਂ ਕੋਈ ਵੀ ਚੀਜ਼ ਇਦਾਂ ਦੀ ਹੈ, ਉਹਨਾਂ ਦੇ ਇੱਥੇ ਸੀਨੀਅਰ ਮਿਲ ਜਾਂਦੇ ਨੇ ਵੀ ਸੀਨੀਅਰ ਆਹ ਕੰਮ ਕਰ ਰਹੇ, ਜੂਨੀਅਰ ਨੂੰ ਸੌਖਾ ਹੋ ਜਾਂਦਾ ਵੀ ਜਿਹੜਾ ਸੀਨੀਅਰ ਨੇ ਗਲਤੀ ਕੀਤੀ ਉਹ ਨਹੀਂ ਕਰਨੀ, ਜਾਂ ਸੀਨੀਅਰ ਸਲਾਹ ਦੇ ਦਿੰਦਾ ਵੀ ਇਦਾਂ ਕਰਕੇ। ਪਰ ਇਹ ਜਿਹੜੀ ਲਾਈਨ ਸੀਗੀ, ਇਹ ਆਪਣੇ ਇੰਡੀਆ 'ਚ ਕੰਮ ਹੀ ਨਹੀਂ ਹੈਗਾ ਵੀ ਸਿਰਫ ਆਨਲਾਈਨ ਹੀ, ਜਾਂ ਜਿਹੜੇ ਇੰਗਲਿਸ਼ ਪੀਪਲ ਜਿਹੜੇ ਕਰਦੇ ਪਏ ਨੇ ਇਹ ਕੰਮ, ਉਹਨਾਂ ਨੂੰ ਹੀ ਦੇਖ ਕੇ ਚੀਜ਼ਾਂ ਕੀਤੀਆਂ। ਬਾਕੀ ਚੀਜ਼ਾਂ ਅਟੈਂਪਟ ਕਰਕੇ ਹੀ ਇਹ ਆਈਆਂ ਨੇ। ਇਹ ਮਤਲਬ ਕਿਤਾਬਾਂ 'ਚ ਪੜ੍ਹ ਕੇ ਵੀ ਤੁਹਾਨੂੰ ਨੌਲੇਜ ਮਿਲ ਜੂਗੀ ਵੀ ਟੂਲਸ ਕਿਹੜੇ ਯੂਜ਼ ਕਰਨੇ, ਮਟੀਰੀਅਲ ਕੀ ਯੂਜ਼ ਕਰਨਾ, ਪਰ ਐਟ ਦਾ ਐਂਡ ਕੰਮ ਕਰਕੇ ਹੀ ਇਹ ਚੀਜ਼ ਪਤਾ ਲੱਗਦੀ ਹੈ। ਇਹਦੀ ਮੈਂ ਟ੍ਰੇਨਿੰਗ ਤਾਂ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕਿਤੋਂ ਕੀਤੀ ਹੋਵੇ, ਕਿਉਂਕਿ ਕੋਈ ਕਰਦਾ ਹੀ ਨਹੀਂ ਹੈ। ਆਪਣੇ ਪੰਜਾਬ 'ਚ ਤਾਂ ਹੈ ਹੀ ਨਹੀਂ। ਦਿੱਲੀ ਦੇ ਵਿੱਚ ਥੋੜ੍ਹਾ ਜਿਹਾ ਕਲਚਰ ਇਹਦਾ ਸੀਗਾ, ਕਿਉਂਕਿ ਪਹਿਲਾਂ ਜਿਹੜੇ ਵਿੰਟੇਜ ਹਾਰਲੇ ਡੇਵਿਡਸਨ ਜਾਂ ਵੱਡੇ ਮੋਟਰਸਾਈਕਲ ਉੱਥੇ ਆਏ, ਉੱਥੇ ਇਹਨਾਂ ਦੇ ਕੁਝ ਮੈਕੈਨਿਕ ਸੀਗੇ, ਪਰ ਉਹ ਵੀ ਉਹ ਲਕੀਰ ਦੇ ਫਕੀਰ ਹੀ, ਜਿੰਨਾ ਕੁ ਉਹਨਾਂ ਨੂੰ ਦੱਸ ਕੇ ਗਏ ਵੀ ਆ ਇਦਾਂ ਹੋਣਾ ਚਾਹੀਦਾ, ਉਹ ਉਹਨੂੰ ਹੀ ਮਤਲਬ ਉਹਨੂੰ। ਕਈ ਵਾਰੀ ਮੈਨੂੰ ਆਪਣਾ ਯਾਦ ਆਉਂਦਾ ਵੀ ਮੈਂ ਉੱਥੇ ਗਿਆ ਇੱਕ ਸਰਦਾਰ ਜੀ ਕੋਲੇ ਦਿੱਲੀ, ਤੇ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਕਿਹਾ ਇਦਾਂ ਕਰਕੇ ਮੈਂ ਵੀਲ ਇਦਾਂ ਕਰਨਾ ਚਾਹੁੰਦਾ, ਵੀ ਚੇਨ ਨਹੀਂ ਲਗਾਣੀ, ਮੈਂ ਸ਼ਾਫਟ ਲਗਾਣੀ ਹੈ। ਉਹ ਦਾੜੀ ਤੇ ਹੱਥ ਫੇਰ ਕੇ ਕਹਿੰਦੇ ਵੀ ਮੈਨੂੰ ਇੰਨੀ ਉਮਰ ਹੋ ਗਈ ਵੀ ਇਦਾਂ ਤਾਂ ਮਤਲਬ ਮੈਂ ਤਾਂ ਦੇਖਿਆ ਨਹੀਂ, ਤੂੰ ਨਵਾਂ ਹੀ ਆ ਗਿਆ ਕਿਤੋਂ। ਤੇ ਮੈਂ ਦੇਖਿਆ ਵੀ ਨਹੀਂ, ਮੇਰੀ ਬਣਨੀ ਨਹੀਂ, ਜਿਹੜੀ ਦਾਲ ਗਲਣੀ ਨਹੀਂ ਕਿਤੇ, ਮੈਨੂੰ ਆਪਣਾ ਹੀ ਕਰਨਾ ਪੈਣਾ। ਬਿਲਕੁਲ, ਅਸੀਂ ਵਰਕਸ਼ਾਪ ਦੇ ਅੰਦਰ ਵੀ ਜਿਹੜਾ ਐਂਟਰ ਕਰ ਚੁੱਕੇ ਹਾਂ ਤੇ ਬੜੀ ਜਿਹੜੀਆਂ ਜੋ ਵੀ ਕਸਟਮਾਈਜੇਸ਼ਨ ਦੇ ਵਾਸਤੇ ਜੋ ਅਸੈਸਰੀਜ਼ ਦੀ ਲੋੜ ਹੁੰਦੀ ਹੈ, ਮਸ਼ੀਨਰੀ ਦੀ ਲੋੜ ਹੁੰਦੀ ਹੈ, ਉਹ ਤਮਾਮ ਚੀਜ਼ਾਂ ਨਜ਼ਰ ਆ ਰਹੀਆਂ ਨੇ। ਉਸ ਤੋਂ ਇਲਾਵਾ ਜਿਨ੍ਹਾਂ ਵਹੀਕਲਸ ਤੇ ਹਲੇ ਕਸਟਮਾਈਜੇਸ਼ਨ ਹੋਣੀ ਹੈ ਉਹ ਵੀ ਜਿਹੜੇ ਜ਼ਰੂਰ ਨਜ਼ਰ ਆ ਰਹੇ ਨੇ। ਅਤੇ ਇੱਕ ਆਪਾਂ ਗੱਲ ਕਰਦੇ ਹਾਂ ਵਰਕਸ਼ਾਪ ਨੂੰ ਲੈ ਕੇ, ਜੋ ਐਕਸਪੈਕਟੇਸ਼ਨਸ ਹੁੰਦੀਆਂ ਕਿ ਸ਼ਾਇਦ ਅੰਦਰ ਜਿਹੜੇ ਹੈ ਕੰਪਿਊਟਰਸ ਲੱਗੇ ਹੋਣਗੇ ਜਾਂ ਫਿਰ ਸਿਰਫ ਇਸ ਤਰੀਕੇ ਦੀ ਮਸ਼ੀਨਰੀ ਪਈ ਹੋਏਗੀ, ਪਰ ਨਹੀਂ, ਇੱਥੇ ਜਿਹੜਾ ਬਹੁਤ ਹੀ ਜਿਹੜਾ ਇੱਕਦਮ ਰॉ ਤਰੀਕੇ ਨਾਲ ਸਾਰੀ ਚੀਜ਼ਾਂ ਜਿਹੜੀਆਂ ਮਿਕਸ ਹੋ ਕੇ ਪਈਆਂ ਹੋਈਆਂ ਨੇ ਕਿ ਸਭ ਕੁਝ ਚੀਜ਼ਾਂ ਤੇ ਕਿਸ ਤਰੀਕੇ ਨਾਲ ਕੰਮ ਹੁੰਦਾ ਹੈ, ਹੋਰ ਵੀ ਜਾਣਕਾਰੀ ਜ਼ਰੂਰ ਲਵਾਂਗੇ। ਪਰ ਫਿਲਹਾਲ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਿਹੜੀ ਹੈ ਇੱਕਦਮ ਗੱਲ ਹੁੰਦੀ ਹੈ ਕਿ ਇੱਕਦਮ ਰॉ ਚੀਜ਼ਾਂ ਨੂੰ ਜਿਹੜਾ ਇੱਕ ਅਲੱਗ ਜਿਹੇ ਰੂਪ ਦੇ ਨਾਲ ਬੜੀ ਅਨੋਖੀ ਜੀ ਚੀਜ਼ਾਂ ਤਿਆਰ ਕਰ ਦੇਣੀਆਂ ਆਪਣੇ ਆਪ ਦੇ ਵਿੱਚ ਜਿਹੜਾ ਹੈ ਕਾਫੀ ਕਾਬਿਲੇ ਤਾਰੀਫ ਹੈ। ਤੇ ਬਿਲਕੁਲ ਇੱਥੇ ਜਿਹੜੇ ਲੈਪਟਾਪ ਵੀ ਪਿਆ ਹੋਇਆ, ਅਨੁਜ ਜੀ ਵੀ ਇੱਥੇ ਨੇ, ਗੱਲਬਾਤ ਜ਼ਰੂਰ ਕਰ ਲਾਂਗੇ। ਅਨੁਜ ਜੀ, ਇੱਥੇ ਮਤਲਬ ਜਿਹੜੀ ਅੰਦਰ ਹੀ ਤੁਸੀਂ ਕਸਟਮਾਈਜੇਸ਼ਨ ਵੀ ਕਰਦੇ ਹੋ ਇੱਥੇ ਇਸੇ ਵਰਕਸ਼ਾਪ ਦੇ ਵਿੱਚ, ਤੇ ਇੱਥੇ ਮਤਲਬ ਲੈਪਟਾਪ ਦੀ ਕੀ ਲੋੜ ਪੈਂਦੀ? ਲੈਪਟਾਪ ਇੱਕੋ ਹੀ ਹੈ, ਮੈਨੂੰ ਲੱਗਾ ਸੀ ਜਾਂ ਤਾਂ ਫਿਰ ਬਹੁਤ ਸਾਰੀ ਚੀਜ਼ਾਂ ਹੋਣਗੀਆਂ, ਪੂਰਾ ਸੈਟਅਪ ਹੋਏਗਾ। ਆਪਣੇ ਜਿਹੜਾ ਆ ਵੀ ਡਿਪਾਰਟਮੈਂਟਸ ਹੁੰਦੇ ਨੇ ਇੱਕ ਤਰ੍ਹਾਂ ਦੀ, ਮਤਲਬ ਕੋਈ ਵਰਕਸ਼ਾਪ ਹੈ ਵੀ ਲੋਹੇ ਦੀ ਹੈ ਤਾਂ ਸਾਰਾ ਲੋਹਾ ਹੀ ਉਹ ਕੁੱਟੀ ਜਾਂਦੇ ਨੇ, ਵੈਲਡਿੰਗ ਕਰੀ ਜਾਂਦੇ ਨੇ। ਤੇ ਜੇ ਕੋਈ ਕੰਪਿਊਟਰ ਵਾਲਾ ਐਪਲੀਕੇਸ਼ਨ ਵਾਲਾ ਡਿਪਾਰਟਮੈਂਟ ਹੈ, ਕੋਈ ਇਦਾਂ ਦੀ ਸ਼ਾਪ ਹੈ ਜਾਂ ਇਦਾਂ ਦੀ ਫੈਕਟਰੀ ਹੈ, ਉੱਥੇ ਸਾਰਾ ਕੰਪਿਊਟਰ ਰਿਲੇਟਡ ਹੀ ਕੰਮ ਹੁੰਦਾ। ਪਰ ਇਹ ਜਿਹੜਾ ਆਟੋਮੋਬਾਈਲ ਵਾਲਾ ਜਿਹੜਾ ਇਹ ਸੈਗਮੈਂਟ ਹੈ ਵੀ ਮੋਟਰਸਾਈਕਲਸ ਵਾਲਾ ਜਾਂ 4 ਵੀਲਰ ਵਾਲਾ, ਇਹ ਬੜਾ ਕੰਪਲੈਕਸ ਹੈ। ਮਤਲਬ ਇਹਦੇ 'ਚ ਜੇ ਵੱਡੀ ਕੰਪਨੀਆਂ 'ਚ ਆਪਾਂ ਜਾਈਏ, ਉਹਨਾਂ ਦੀ R&D ਟੀਮ ਤੋਂ ਹੀ ਦੇਖੋਗੇ ਵੀ ਜਿਹੜੇ 40 ਬੰਦੇ ਕੰਪਿਊਟਰ ਹੀ ਡਿਜ਼ਾਈਨ ਕਰੀ ਜਾਂਦੇ ਨੇ, ਉਹ ਜਿਹੜੇ ਵੀ ਡਿਜ਼ਾਈਨ ਕਿੱਦਾਂ ਹੋਣਾ ਚਾਹੀਦਾ। ਵੱਡੀ ਟੀਮ ਜਿਹੜੀ ਹੁੰਦੀ ਹੈ ਮੈਟਲ ਫੈਬਰੀਕੇਸ਼ਨ ਦੀ ਹੁੰਦੀ ਹੈ, ਵੀ ਚੈਸੀ ਡਿਜ਼ਾਈਨ ਕਰ ਰਹੀ ਹੈ। ਇੱਕ ਵੱਡੀ ਟੀਮ ਜਿਹੜੀ ਗ੍ਰਾਫਿਕਸ ਡਿਜ਼ਾਈਨ ਕਰਦੀ ਹੈ ਵੀ ਮੋਟਰਸਾਈਕਲ ਬਣਨ ਤੋਂ ਬਾਅਦ ਕਿੱਦਾਂ ਦਾ ਦਿਖੂਗਾ। ਪਰ ਇਹ ਬੜੇ ਛੋਟੇ ਜਿਹੇ ਲੈਵਲ 'ਤੇ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਹੈ ਮੁਸ਼ਕਿਲ ਹੈ, ਪਰ ਫਿਰ ਵੀ ਮੈਂ ਜਿੰਨਾ ਕਰ ਸਕਦਾ, ਜਿਵੇਂ ਵੈਲਡਿੰਗ ਸੈੱਟ ਵਗੈਰਾ ਸਾਰੇ ਚੀਜ਼ਾਂ ਉਹਨੂੰ ਵੈਲਡ ਕਰਨਾ, ਤੇ ਇੰਨਾ ਸਮੇਂ ਨਹੀਂ ਹੁੰਦਾ ਵੀ ਮੈਂ ਆਫਿਸ ਇੱਕ ਬਣਾਇਆ ਸੀਗਾ,
ਪਰ ਉਹਨੂੰ ਸਾਰਾ ਫਰਨਿਸ਼ ਕਰਨ ਤੋਂ ਬਾਅਦ ਵੀ ਮੈਂ ਦੇਖਿਆ ਯਾਰ 3 ਮਹੀਨੇ ਹੋ ਗਏ ਮੈਂ ਉਹ 'ਚ ਬੈਠਾ ਹੀ ਨਹੀਂ ਜਾ ਕੇ। ਤਾਂ ਮਤਲਬ ਉੱਥੇ ਕੁਝ ਮਤਲਬ ਹੀ ਨਹੀਂ ਬਣ ਰਿਹਾ ਉਹਦਾ। ਜਿਵੇਂ ਵਿਜ਼ਟਰਸ ਵੀ ਆਉਂਦੇ ਨੇ, ਜਿਵੇਂ ਤੁਸੀਂ ਆਏ ਹੋ ਹੁਣ, ਮਤਲਬ ਆਪਾਂ ਐਵੇਂ ਹੋਇਆ ਹੀ ਨਹੀਂ ਵੀ ਆਪਾਂ ਆਫਿਸ ਜਾ ਕੇ ਬੈਠੀਏ। ਵਿਜ਼ਟਰ ਆਉਂਦੇ ਨੇ, ਉਹ ਕਹਿੰਦੇ ਵੀ ਦਿਖਾਓ ਕਿੱਦਾਂ ਹੋ ਰਿਹਾ। ਮੈਂ ਕਹਿੰਦਾ ਮੈਂ ਕੰਮ ਕਰਾਂ, ਵਰਕਰਸ ਨਾਲ ਗੱਲ ਕਰਾਂ ਵੀ ਕੀ ਹੋ ਰਿਹਾ। ਤਾਂ ਕਰਕੇ ਥੋੜਾ ਜਿਹਾ ਜਿੱਥੇ ਮੇਰਾ ਜੀ ਕਰਦਾ ਉੱਥੇ ਹੀ ਕੰਪਿਊਟਰ ਜਿਹਾ ਰੱਖ ਕੇ ਤੇ ਉੱਥੇ ਡਿਜ਼ਾਈਨ ਕਰ ਲਾਂ। ਆ ਕੰਪਿਊਟਰ ਦੀ ਸਾਨੂੰ ਐਵੇਂ ਲੋੜ ਪੈਂਦੀ ਜਿਵੇਂ ਕਸਟਮਰ ਦੀ ਰਿਕੁਆਇਰਮੈਂਟ ਕੁਝ ਰਹਿੰਦੀ ਹੈ। ਐਵੇਂ ਜਿਵੇਂ ਸਾਡਾ ਟੋਟਲੀ ਜਿਹੜਾ ਹੈ ਨਾ ਟੇਲਰਡ ਰਾਈਡ ਇਹਨੂੰ ਆਪਾਂ ਕਹਿੰਦੇ, ਜਿਵੇਂ ਆਪਾਂ ਟੇਲਰ ਕੋਲੇ ਕੋਈ ਸੂਟ ਸਵਾਉਣ ਜਾਂਦੇ ਹਾਂ, ਉਹਨੂੰ ਕਹਿੰਦੇ ਵੀ ਇੱਥੋਂ ਤੰਗ ਹੋਣਾ ਚਾਹੀਦਾ, ਇੱਥੋਂ ਖੁੱਲਾ ਹੋਣਾ ਚਾਹੀਦਾ, ਪਹੁੰਚੇ ਇੱਦਾਂ, ਬਾਜੂਆਂ ਇੱਦਾਂ। ਤੇ ਉਸੇ ਤਰੀਕੇ ਨਾਲ ਕਸਟਮ ਮੋਟਰਸਾਈਕਲ ਹੈ, ਜਿਵੇਂ ਕਸਟਮਰ ਕਹਿ ਰਿਹਾ ਵੀ ਮੈਨੂੰ ਡਿਜ਼ਾਈਨ ਜਿਹੜਾ ਅਲੋਏ ਵੀਲ ਦਾ ਇਸ ਪੈਟਰਨ ਦਾ ਚਾਹੀਦਾ, ਜਾਂ ਮੈਨੂੰ ਡਾਇਮੰਡ ਬਣੇ ਹੋਣੇ ਚਾਹੀਦੇ ਨੇ, ਸਕਲ ਬਣੇ ਹੋਣੇ ਚਾਹੀਦੇ ਨੇ। ਤਾਂ ਉਹ ਚੀਜ਼ਾਂ ਜਿਹੜੀਆਂ ਨੇ ਹੱਥ ਨਾਲ ਨਹੀਂ ਹੋਣੀਆਂ, ਉਹ ਕੰਪਿਊਟਰ ਤੇ ਪਹਿਲਾਂ ਡਿਜ਼ਾਈਨ ਹੋਣਗੀਆਂ, CNC ਤੇ ਜਿਹੜੀਆਂ ਨੇ ਮਿਲ ਹੋਣਗੀਆਂ, ਫਿਰ ਉਹ ਰੈਡੀ ਹੋਊਗਾ। ਜਿਵੇਂ ਆਹ ਜਿਹੜਾ ਇੱਕ ਵਹੀਕਲ ਹੈ, ਇਹਦੇ 'ਚ ਵੀ ਆਹ ਕੰਪਿਊਟਰ ਵਾਲਾ ਇਹਦੇ ਵਿੱਚ ਵੀ ਅਲੋਏ ਵੀਲ ਦਾ ਤੁਸੀਂ ਪੈਟਰਨ ਦੇਖੋ ਵੀ ਹਨੀਕੋਮ ਪੈਟਰਨ ਜਿਹੜਾ ਆ ਵੀ ਡਾਇਮੰਡ ਸ਼ੇਪ ਦਾ, ਇਹ ਸਾਰਾ ਇਸ ਤਰ੍ਹਾਂ ਦਾ ਆ ਗਿਆ। ਇਸੇ ਤਰ੍ਹਾਂ ਆਹ ਜਿਹੜੀਆਂ ਚੀਜ਼ਾਂ ਨੇ, ਆਹ ਜਿਹੜਾ ਇੱਕ ਮਿਕਸਚਰ ਹੈ ਆਰਟ ਤੇ ਸਾਇੰਸ ਦਾ। ਆਹ ਜਿਹੜਾ ਆ ਵੀ ਇਹ ਹੈਂਡਮੇਡ ਹੈ, ਇਹਨੂੰ ਆਪਾਂ ਕਹਿ ਦਈਏ ਵੀ ਆਰਟ ਹੈ। ਵੀ ਜਿਹੜਾ ਆ ਵੀ ਲੋਹੇ ਦਾ ਜਿਹੜਾ ਡੌਗ ਫੇਸ ਜਿਹੜਾ ਬਣਾਇਆ, ਇਹਦੇ ਵਿੱਚ ਜੋ ਲਾਈਟਸ ਵਗੈਰਾ ਲੱਗ ਜਾਣਗੀਆਂ। ਨੈਕਸਟ ਵੀਡੀਓ ਤੁਹਾਨੂੰ ਇਹ ਕੰਪਲੀਟ ਦੇਖਣ ਨੂੰ ਮਿਲੂਗਾ ਪੂਰਾ। ਵੀ ਇਹ ਜਿਹੜੀ ਹੈ ਇਹ ਸਾਇੰਸ ਆ ਗਈ। ਇਹਦੇ ਵਿੱਚ ਆਰਟ ਜਿਹੜੀ ਹੈ ਉਹਦੀ ਲੁੱਕ ਕਿੱਦਾਂ ਦੀ ਹੈ, ਸਾਇੰਸ ਜਿਹੜੀ ਹੈ ਵੀ ਉਹ ਮਟੀਰੀਅਲ ਕਿਹੜਾ ਹੋਣਾ ਚਾਹੀਦਾ, ਉਹ ਸਸਪੈਂਸ਼ਨ ਵਰਕ ਕਿਵੇਂ ਕਰੂਗਾ, ਤੇ ਆਰਟ ਤੇ ਸਾਇੰਸ ਨੂੰ ਮਿਕਸਚਰ ਨੂੰ ਹੀ ਇਹ ਜਿਹੜਾ ਪੂਰੀ ਵਰਕਸ਼ਾਪ ਉਹਦੇ ਬੇਸ ਤੇ ਹੀ ਚੱਲਦੀ ਹੈ। ਕਿੱਥੇ ਜਾਣੇ ਤਿਆਰ ਹੋ ਕੇ? ਇਹ ਮੈਮ ਦੁਬਈ ਹੀ ਜਾਣਾ ਹੈ। ਇੱਕ ਦੁਬਈ, ਹਾਂ ਦੁਬਈ ਮੋਲ ਦੇ ਪਹਿਲਾਂ ਵੀ ਸਾਡਾ ਇੱਕ ਬਾਈਕ ਗਿਆ ਹੈ। ਜਿਹੜੇ ਮਿੱਤਰ ਦੁਬਈ ਹੋਣਗੇ ਤਾਂ ਉਹ ਜ਼ਰੂਰ ਦੇਖਣ। ਦੁਬਈ ਮੋਲ ਦੇ ਵਿੱਚ ਸੀਜ਼ ਕੈਂਡੀ ਕਰਕੇ ਇੱਕ ਸ਼ਾਪ ਹੈ, ਮਤਲਬ ਫਰੰਟ ਫੇਸਿੰਗ ਹੀ ਹੈ ਮੋਲ ਵੱਲ ਨੂੰ, ਤੇ ਉਹਦੇ ਵਿੱਚ ਸਾਡਾ ਵਾਈਟ ਕਲਰ ਦਾ ਇੱਕ ਹਾਰਲੇ ਡੇਵਿਡਸਨ ਦਾ ਟਰਾਈਕ ਜਿਹੜਾ ਆ ਉੱਥੇ ਅਸੀਂ ਭੇਜਿਆ ਸੀਗਾ, ਉੱਥੇ ਖੜਾ ਹੈ ਉਹ। ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਦੇਸ਼ ਵਿਦੇਸ਼ਾਂ ਦੇ ਵਿੱਚ ਨਾਮ ਹੈ, ਤੇ ਇਸੇ ਕਰਕੇ ਨਾਮ ਹੈ ਕਿਉਂਕਿ ਇਹਨਾਂ ਦੇ ਜਿਹੜੇ ਜੋ ਵੀ ਕਸਟਮ ਕਰਦੇ ਨੇ, ਕਿਉਂਕਿ ਆਰਡਰਸ ਵੀ ਆਉਂਦੇ ਨੇ ਉੱਥੋਂ ਤੋਂ ਤਿਆਰ ਹੋ ਕੇ ਵੀ ਜਾਂਦੇ ਨੇ। ਬਿਲਕੁਲ ਅੰਦਰ ਵੀ ਜਿਹੜੇ ਹੈ ਅਨੂ ਜੀ, ਉਹ ਜਿਹੜੀਆਂ ਕਾਫੀ ਅਟਰੈਕਟਿਵ ਜੀ ਲੱਗ ਰਹੀਆਂ, ਉਹਦੇ ਬਾਰੇ ਜ਼ਰੂਰ ਦੱਸ ਦਿਓ। ਉਹ 'ਚ ਕੀ ਕੁਝ ਕੀਤਾ ਹੈ, ਹਾਲੇ ਕੀ ਕੁਝ ਕਰਨ ਵਾਲਾ ਪਿਆ ਹੋਇਆ ਹੈ? ਹਾਰਲੇ ਡੇਵਿਡਸਨ ਦਾ ਹੀ ਇਹ ਸਾਰਾ ਜਿਹੜਾ ਸੈਗਮੈਂਟ ਪਿਆ ਆ, ਉਹਨਾਂ ਦੀ ਹਜੇ ਵਾਰੀ ਆਉਣੀ ਹੈ। ਤੇ ਆਹ ਜਿਹੜਾ ਆ ਇੱਕ ਸਟਾਕ ਬਾਈਕ ਹੀ ਹੈ, ਇਹਦੇ ਤੇ ਇਕੱਲਾ ਪੇਂਟ ਜੋਬ ਪਿਆ, ਜਿਹੜਾ ਬਲਿੰਗ ਤੁਹਾਨੂੰ ਨਜ਼ਰ ਆ ਰਿਹਾ ਹੈ ਸਾਰਾ ਇਸ ਤਰ੍ਹਾਂ ਦਾ ਪੇਂਟ ਜੋਬ ਇੱਥੇ ਹੋਇਆ, ਤੇ ਕ੍ਰੋਮ ਦੀ ਜਿਹੜੀ ਚੀਜ਼ਾਂ ਐਡ ਹੋਈਆਂ ਨੇ। ਕਿੱਥੇ ਜਾਣਾ ਹੈ? ਇਹ ਲੋਕਲ ਹੀ ਹੈ ਬਾਈਕ, ਇਹ ਮਤਲਬ ਲੋਕਲ ਇਨ ਦਾ ਸੈਂਸ ਕਿ ਅੰਮ੍ਰਿਤਸਰ ਦਾ ਹੈ ਇਹ ਪ੍ਰੋਜੈਕਟ। ਇਹ ਉਧਰ ਜਿਹੜਾ ਰਨ ਹੋਣਾ ਹੈ। ਇਹ ਜਿਹੜਾ ਬਾਈਕ ਹੈ ਇੱਕ ਦਿੱਲੀ ਜਿਹੜਾ ਆ ਜਾਣਾ ਹੈ। ਇਹਦਾ ਫਰੰਟ ਬੜਾ ਵਾਈਡ ਹੈ, ਪਿੱਛੇ 300 mm 360 mm ਟਾਇਰ। ਇਹ ਜਿਹੜਾ ਸਾਰਾ ਹਾਰਲੇ ਡੇਵਿਡਸਨ ਤੇ ਸਟਰੀਟ 750 ਦਾ ਬੇਸ ਹੈ ਇਹਦਾ, ਤੇ ਇਸੇ ਤਰੀਕੇ ਦੇ ਤੇ ਤੁਹਾਨੂੰ ਇਦਾਂ ਲੱਗਦਾ ਜਿਵੇਂ ਕਿ ਇੰਡੀਆ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ, ਜੋ ਵੀ ਕਸਟਮਾਈਜ਼ੇਸ਼ਨ ਜਿਹੜੀ ਹੈ ਉਹ ਬਾਈਕਸ ਲੀਗਲ ਨਹੀਂ ਹੈਗੇ, ਹੈ ਨਾ, ਤੇ ਲੱਗਦਾ ਕਦੇ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੈਗਾ। ਅਗਰ ਇੰਡੀਆ ਦੇ ਵਿੱਚ ਵੀ ਹੁੰਦਾ ਤੇ ਹੋਰ ਕਲਾਕਾਰੀ ਤੁਸੀਂ ਦਿਖਾ ਸਕਦੇ ਸੀ, ਨਾ ਜਾਣੇ ਕਿੰਨੇ ਲੋਕ ਹੋਰ ਜੁੜੇ। ਮੇਰੇ ਕੋਲ ਜਿਹੜੇ ਨੇ ਮਤਲਬ ਮੇਰੇ ਕੋਲ ਸਟਾਫ ਜਾਂ ਸਪੇਸ ਮਤਲਬ ਉਨੀ ਕੀ ਹੈ, ਮੈਨੂੰ ਕੋਈ ਖਾਸ ਫਰਕ ਨਹੀਂ ਨਜ਼ਰ ਆਇਆ। ਕਿਉਂਕਿ ਜੇ ਮਤਲਬ ਲੀਗਲ ਹੋ ਜੂਗੀ ਤਾਂ ਫਿਰ ਮੇਰੇ ਕੋਲੇ 1000 ਆਰਡਰ ਆ ਜਾਣਗੇ। ਹੁਣ 10 ਆ ਰਹੇ ਨੇ ਤਾਂ ਮਤਲਬ ਮੈਂ ਤਾਂ 10 ਹੀ ਕਰ ਸਕਦਾ ਮਤਲਬ। ਪਰ ਉਹਦੇ ਨਾਲ ਇਹ ਹੋਊਗਾ ਵੀ ਜਿਹੜੇ ਹੋਰ ਬੱਚੇ ਇਸ ਲਾਈਨ ਵੱਲ ਜੁੜਨਾ ਚਾਹੁੰਦੇ ਨੇ, ਜਾਂ ਮਤਲਬ ਪੂਰੀ ਹਿਸਟਰੀ ਚੱਕ ਕੇ ਦੇਖ ਲਓ ਵੀ ਆਟੋਮੋਬਾਈਲ ਦੇ ਵਿੱਚ ਇੰਡੀਆ ਨੇ ਇੱਕ ਪੈਸੇ ਦਾ ਕੰਮ ਨਹੀਂ ਕੀਤਾ ਕਦੇ। ਕੋਈ ਜਿਹੜੀ ਇਹ ਚੀਜ਼ ਵੀ ਕਹਿ ਦੇਣ ਵੀ ਨਹੀਂ ਆ, ਟਾਇਰ ਇਨੋਵੇਟ ਇਹਨਾਂ ਨੇ ਕਰਤੇ, ਸਸਪੈਂਸ਼ਨ ਇਹਨਾਂ ਨੇ ਕਰਤੇ, ਕੋਈ ਚੀਜ਼ ਨਹੀਂ। ਸਭ ਜਰਮਨ, ਅਮਰੀਕਾ, ਜਾਪਾਨ ਉੱਥੋਂ ਹੀ ਹੋ ਕੇ ਆਂਦਾ। ਕਿਉਂਕਿ ਉੱਥੇ ਵਹੀਕਲ ਨੂੰ ਵੀ ਆਪ ਬਣਾਏ ਹੋਏ ਵਹੀਕਲ ਵੀ ਜਿਹੜੇ ਰਜਿਸਟਰ ਹੋ ਜਾਂਦੇ ਨੇ। ਜਿਵੇਂ ਹੁਣ ਜਿਹੜੇ ਨਵੇਂ ਆ ਰਹੇ ਨੇ ਵੀ ਸੈਲਫ ਬੈਲੈਂਸਿੰਗ ਜਿਹੜੇ ਨੇ ਵਹੀਕਲ, ਆ ਇਲੈਕਟ੍ਰਿਕ ਵਹੀਕਲ ਆ ਗਏ ਵੀ, ਇੰਡੀਆ ਨੇ ਸਿਰਫ ਨਕਲ ਹੀ ਮਾਰੀ ਹੈ ਉਹਨਾਂ ਦੀ ਵੀ ਹਾਂ ਉੱਥੋਂ ਬਣ ਕੇ ਆ ਗਿਆ, ਪੇਟੈਂਟ ਹੋ ਗਿਆ। ਕੋਈ ਅਮੀਰ ਆਦਮੀ ਆਊਗਾ, ਪੇਟੈਂਟ ਜਿਹੜਾ ਉਹ ਖਰੀਦੂਗਾ ਤੇ ਉਹ ਆਪਣੀ ਫੈਕਟਰੀ ਲਗਾ ਦੂਗਾ। ਵੀ ਜਿਹੜੇ ਗ੍ਰਾਸ ਰੂਟਰ ਨੇ, ਮਤਲਬ ਜਿਹੜੇ ਜ਼ਮੀਨੋਂ ਪੈਦਾ ਹੋਏ ਨੇ, ਉਹ ਕਦੇ ਉਸ ਵੱਲ ਜਾਣਗੇ ਨਹੀਂ, ਕਿਉਂਕਿ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਦੱਸ ਦਿੱਤਾ ਜਾਂਦਾ ਵੀ ਇਹ ਇਲੀਗਲ ਹੈ, ਇਹ ਕਿਹੜੇ ਨਟ ਬੋਲ ਜੇ ਖੋਲੀ ਜਾਂਦਾ ਤੂੰ, ਇਹ ਨਵੀਂ ਚੀਜ਼ ਬਣਾਈ ਜਾਂਦਾ, ਇਹ ਇਲੀਗਲ ਹੈ। ਇਹ ਸਿਰਫ ਉਹਨਾਂ ਵਾਸਤੇ ਹੀ ਹੈ, ਉਹਨਾਂ ਨੇ ਬਣਾਉਣਾ, ਅਸੀਂ ਨਕਲ ਹੀ ਮਾਰਨੀ ਹੈ। ਆਫ ਦਾ ਕੈਮਰਾ ਗੱਲਬਾਤ ਹੋ ਰਹੀ ਸੀ, ਇਹ ਵੀ ਗੱਲ ਸੁਣੀ ਸੀ ਕਿ ਸਟਾਰਟਿੰਗ ਵਿੱਚ ਸਭ ਤੋਂ ਪਹਿਲਾਂ ਬਾਈਕ ਲੈਣਾ ਸੀ, ਉਦੋਂ ਸੋਚਿਆ ਸੀ ਕਿ ਖੁਦ ਹੀ ਤਿਆਰ ਕਰਨਾ ਹੈ ਮੈਂ ਬਾਈਕ, ਹੈ। ਹਾਂ, ਇੱਕ ਸ਼ੁਰੂ ਤੋਂ ਜਿਵੇਂ ਘਰਦਿਆਂ ਨੇ ਜ਼ਿਆਦਾ ਐਕਸਪੀਰੀਅੰਸ ਹੁੰਦਾ ਆ ਉਹਨਾਂ ਨੂੰ ਉਹ, ਪਰ ਜਿਹੜਾ ਬਿਗਨਰ ਹੁੰਦਾ ਉਹਨੂੰ ਇੱਕ ਵਿਜ਼ਨ ਜਿਹੜਾ ਹੁੰਦਾ ਉਹਨੂੰ ਕਲੀਅਰ ਹੁੰਦਾ ਵੀ ਹਾਂ ਮੈਂ ਇਦਾਂ ਕਰੂੰਗਾ, ਵੀ ਇਦਾਂ ਉਹਨੂੰ ਆਪਣੇ ਆਪ ਤੇ ਪਹਿਲੇ ਦਿਨ ਤੋਂ ਹੀ ਵਿਸ਼ਵਾਸ ਹੁੰਦਾ ਵੀ ਹਾਂ ਹਜੇ ਭਾਵੇਂ ਮੈਨੂੰ ਨਹੀਂ ਪਤਾ ਕਿੱਦਾਂ ਕਰਨਾ, ਪਰ ਮੈਂ ਕਰੂੰਗਾ ਜ਼ਰੂਰ ਇਹਨੂੰ। ਪਰ ਉਹਨੂੰ ਪ੍ਰੂਵ ਕਰਦੇ ਕਰਦੇ ਬਹੁਤ ਸਾਲ ਲੰਘ ਜਾਂਦੇ ਨੇ, ਜਿਵੇਂ 8-10 ਸਾਲ ਮੈਨੂੰ ਲੰਘੇ ਵੀ ਉਹ ਚੀਜ਼ ਪ੍ਰੂਵ ਕਰਦੇ ਕਰਦੇ। ਬਹੁਤ ਸਾਰੇ ਬੱਚੇ ਇੰਨਾ ਜਿਹੜਾ ਆ ਵੀ ਉਹ ਡਿਊਰੇਸ਼ਨ ਜਿਹੜੀ ਆ ਨਾ ਉਹਨੂੰ ਪਾਰ ਨਹੀਂ ਕਰ ਪਾਉਂਦੇ। 1 ਸਾਲ 2 ਸਾਲ 3 ਸਾਲ ਨਾ ਕਹਿੰਦਾ ਛੱਡ ਯਾਰ ਕਿਹੜੇ ਚੱਕਰਾਂ 'ਚ ਪਿਆ, ਨੌਕਰੀ 9 ਤੋਂ 5 ਵਾਲਾ ਹੀ ਠੀਕ ਹੈ ਕੰਮ, ਜਾਂ ਬਾਹਰ ਬੂਰ ਨੂੰ ਚੱਲ ਜਾਈਏ। ਇਸੇ ਤਰ੍ਹਾਂ ਘਰਦਿਆਂ ਨੂੰ ਵੀ ਉਹ ਦੇਖਿਆ ਸੀ, ਉਹਨਾਂ ਨੇ ਬੜੀ ਸਾਰੀ ਇਦਾਂ ਦੀਆਂ ਮੇਰੇ ਵਰਗੀ ਸਟੋਰੀਜ਼ ਦੇਖੀਆਂ ਹੋਣੀਆਂ ਵੀ ਪਹਿਲਾਂ ਤਾਂ ਬੜਾ ਜੋਸ਼ ਹੁੰਦਾ ਬੱਚੇ 'ਚ ਵੀ ਮੈਂ ਇਦਾਂ ਕਰ ਦੂੰਗਾ ਉੱਦਾਂ ਕਰ ਦੂੰਗਾ, ਵੀ 2-4 ਸਾਲ ਬਾਅਦ ਇਹਨੇ ਠੰਡੇ ਹੋ ਜਾਣਾ
ਫਿਰ ਉਹ ਕਹਿੰਦੇ ਵੀ ਤੂੰ ਮੋਟਰਸਾਈਕਲ ਨਵਾਂ ਲੈ ਲਾ ਭਰਾਵਾ, ਕਿੰਨੇ ਪੈਸੇ ਚਾਹੀਦੇ ਤੈਨੂੰ, ਤੂੰ ਲੈ, ਤੂੰ ਨਵਾਂ ਮੋਟਰਸਾਈਕਲ ਲੈ ਕੇ ਜਾ ਆਪਣੇ ਕਾਲਜ ਕਾਲਜ, ਤੂੰ ਕਿਹੜੇ ਚੱਕਰ 'ਚ ਪਿਆ। ਮੈਂ ਕਿਹਾ ਮੈਨੂੰ ਤੁਸੀਂ ਅੱਧੇ ਪੈਸੇ ਦੇ ਦਿਓ ਜਿੰਨੇ ਦਾ ਮੋਟਰਸਾਈਕਲ ਹੋਣਾ। 50-55 ਰੁਪਏ ਦਾ, 72,000 ਰੁਪਏ ਦਾ ਬੁਲਟ ਆ ਜਾਂਦਾ ਸੀ ਉਦੋਂ। ਤੇ ਕਹਿੰਦੇ ਵੀ ਤੂੰ ਜਿਹੜੇ ਲੈ ਲਾ, ਪਰ ਜਿਹੜਾ ਆ ਇਹ ਉੱਥੇ ਤੱਕ ਹੀ ਰਹੂਗਾ, ਹੋਰ ਇਹਦਾ ਬਸ ਚੱਲੇ ਨਾ ਚੱਲੇ, ਇਹਨੂੰ ਠੀਕ ਠੂਕ ਨਹੀਂ ਮੁੜ ਕੇ ਕਰਨਾ। ਜੇ ਨਾ ਬਣਿਆ, ਨਹੀਂ ਸਹੀ ਹੋਇਆ ਤਾਂ 5-6 ਮਹੀਨੇ ਪਾਰ ਹੋ ਗਏ, ਉਹ ਚੀਜ਼ਾਂ ਐਟ ਦਾ ਐਂਡ ਉਹ ਬਣ ਗਈਆਂ। ਤਾਂ ਮਤਲਬ ਜਦੋਂ ਬਣ ਕੇ ਆਇਆ ਤਾਂ ਮੇਰੇ ਫਾਦਰ ਸਾਹਿਬ ਨੂੰ ਵੀ ਬੜਾ ਪਸੰਦ ਆਇਆ ਉਹ। ਮਤਲਬ ਜਿੱਧਰ ਹੁਣ ਮੇਰੀ ਵਰਕਸ਼ਾਪ ਹੈ ਇੱਧਰ ਉਹਨਾਂ ਦੇ ਇੱਕ ਵੀ ਯਾਰ ਦੋਸਤ ਹੋਇਆ ਕਰਦੇ ਸੀ, ਤੇ ਉਧਰੋਂ ਹੈਬੋਵਾਲ ਤੋਂ ਉਹਨੂੰ ਰਾਈਡ ਕਰਕੇ ਬਾਈਕ ਨੂੰ, ਡੀਜ਼ਲ ਨੂੰ, ਉਹਨੂੰ ਚਲਾ ਕੇ ਇੱਧਰ ਗੇੜੇ ਕਰਿਆ ਕਰਦੇ। ਫਿਰ ਦੇ ਵੀ ਹਾਂ ਯਾਰ ਕੁਛ ਤਾਂ ਚੀਜ਼ ਬਣੀ ਹੈ। ਫਿਰ ਥੋੜਾ ਜਿਹਾ ਸਪੋਰਟ ਜਿਹੜਾ ਆ ਸਟਾਰਟ ਹੋਇਆ, ਤੇ ਹੌਲੀ ਹੌਲੀ ਜਿਹੜੀ ਚੀਜ਼ਾਂ ਸਹੀ ਹੋ ਗਈਆਂ। ਇਹ ਵੀ ਗੱਲ ਸੀ ਕਿ ਤੁਸੀਂ ਜਿਹੜੇ ਮੋਟਰਸਾਈਕਲ ਦੀ ਜੇਕਰ ਗੱਲ ਕੀਤੀ ਜਾਵੇ, ਤੁਸੀਂ ਸ਼ਾਇਦ ਡੀਜ਼ਲ ਵਾਲਾ ਜਿਹੜਾ ਬੈਸਟ ਇਨ ਇੰਡੀਆ ਡੀਜ਼ਲ ਬਾਈਕ ਜਿਹੜਾ ਸੀਗਾ ਪਹਿਲਾਂ, ਉਹ ਮੈਨੂੰ ਬੇਸਿਕਲੀ ਮੋਟਰਸਾਈਕਲ ਉਹ ਡੀਜ਼ਲ ਮੈਂ ਤਾਂ ਚੁਣਿਆ ਸੀ। ਡੀਜ਼ਲ ਮੋਟਰਸਾਈਕਲ ਦੀ ਨਾ ਐਵਰੇਜ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਸੀ, 80 ਦੀ ਐਵਰੇਜ ਉਹਦੀ ਹੁੰਦੀ ਸੀ। ਮਤਲਬ ਬੜੀ ਹੈਰਾਨੀ ਹੁੰਦੀ ਸੁਣ ਕੇ ਮੈਨੂੰ ਵੀ ਹੋਈ ਸੀ ਵੀ 80 ਦੀ ਐਵਰੇਜ ਬੁਲਟ ਦੀ ਕਿਵੇਂ ਹੋ ਜੂਗੀ, ਵੀ 80 ਇਹ ਤਾਂ ਝੂਠ ਹੀ ਹੈ। ਤੇ ਮਤਲਬ ਜਿਹੜੀਆਂ ਇਦਾਂ ਦੀ ਚੀਜ਼ਾਂ ਹੁੰਦੀਆਂ ਥੋੜੀ ਜਿਹੀ ਅਲੱਗ ਆਮ ਤੋਂ ਹੁੰਦੀਆਂ ਨੇ, ਵੀ ਲਹਿਦਾ ਹੁੰਦੀਆਂ ਨੇ, ਮੈਨੂੰ ਉਹ ਚੀਜ਼ਾਂ ਸ਼ੁਰੂ ਤੋਂ ਅਟਰੈਕਟ ਕਰਦੀਆਂ ਨੇ। ਤਿਆਰ ਕਰ ਲਿਆ। ਮੈਂ ਕਿਹਾ ਪਹਿਲਾਂ ਤਾਂ ਆਹੀ ਮੋਟਰਸਾਈਕਲ ਲਈਏ। ਫਿਰ ਜਦੋਂ ਮੋਟਰਸਾਈਕਲ ਲਿਆ, ਉਹ ਦੇਖਿਆ ਇਹ ਕੰਪਨੀ ਨੇ ਬੰਦ ਕਰਤਾ। ਵੀ ਕੰਪਨੀ ਨੇ ਬੰਦ ਕਿਉਂ ਕਰਤਾ, ਇੰਨਾ ਵਧੀਆ ਚੀਜ਼ ਹੈ। ਉਹਦੇ 'ਚ ਦੱਸਦੇ ਸੀ ਵੀ ਕਹਿੰਦੇ ਵੀ ਇਹ ਨਾ ਸਟਾਰਟ ਨਹੀਂ ਹੁੰਦਾ ਠੰਡ 'ਚ। ਮੈਂ ਕਿਹਾ ਚਲੋ ਸਟਾਰਟ ਕਰਕੇ ਦੇਖਦੇ। ਮੈਂ ਉੱਠ ਗਿਆ 5 ਵਜੇ, ਮੈਂ ਕਿੱਕਾਂ ਮਾਰ ਹੰਮ ਗਿਆ, ਉਹ ਵਾਕਈ ਸਟਾਰਟ ਨਹੀਂ ਹੋਇਆ। ਤੇ ਫਿਰ ਜਦੋਂ ਦਿਨ ਚੜਿਆ, ਜਿੱਥੋਂ ਮੈਂ ਲਿਆ ਸੀ ਮੋਟਰਸਾਈਕਲ, ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਇਹਦਾ ਤਰੀਕਾ ਕੀ ਹੈ ਸਵੇਰੇ ਜੇ ਤੁਸੀਂ ਜਾਣਾ ਹੋਵੇ ਸਟੇਸ਼ਨ 'ਤੇ ਇਹ ਤਾਂ ਉਹ ਕਹਿੰਦਾ ਇਹ 'ਤੇ ਗਰਮ ਪਾਣੀ ਪਾਉਣਾ ਪੈਂਦਾ ਪਹਿਲਾਂ ਸਵੇਰੇ ਇਹ ਫੇਰ ਸਟਾਰਟ ਹੁੰਦਾ। ਫਿਰ ਮਤਲਬ ਉਹ ਪੁਰਾਣੀ ਟੈਕਨੋਲੋਜੀ, ਪੁਰਾਣੇ ਮਿਸਤਰੀ, ਉਹ ਉੱਥੇ ਤੱਕ ਹੀ ਉਹਨਾਂ ਦਾ ਹੋਇਆ ਵੀ ਇਹਦਾ ਕਾਰਨ ਇਹ ਹੈ ਵੀ ਇਹ ਇਦਾਂ ਨਹੀਂ ਹੋ ਸਕਦੀ। ਉਹਨੂੰ ਉਹ ਕਲੋਜ਼ ਕਰ ਦਿੰਦੇ ਮੈਟਰ ਨੂੰ, ਉਹ ਫਾਈਲ ਕਲੋਜ਼ ਹੈ। ਮਤਲਬ ਜੇ ਉਹਨੂੰ ਅੱਗੇ ਲੈ ਕੇ ਜਾਣਾ, ਫਿਰ ਮੈਂ ਉਹਦਾ ਸਟੱਡੀ ਕੀਤਾ ਵੀ ਹੁਣ ਵੀ ਤਾਂ ਡੀਜ਼ਲ ਆ ਰਹੇ ਨੇ ਇੰਜਣ, ਉਹ ਕਿਵੇਂ ਸਟਾਰਟ ਹੋ ਰਹੇ ਨੇ। ਪਤਾ ਲੱਗਿਆ ਵੀ ਉਹਨਾਂ 'ਚ ਹੀਟਰ ਹੁੰਦੇ ਨੇ, ਵੀ ਉਹਨਾਂ 'ਚ ਹੀਟਰ ਹੁੰਦੇ ਤਾਂ ਇਹ 'ਚ ਕਿਉਂ ਨਹੀਂ ਹੀਟਰ ਲਾਦਾ। ਮੈਂ ਹੀਟਰ ਜਿਹੜਾ ਆ ਇੱਕ ਨਵੇਂ ਇੰਜਣ ਦਾ ਇੱਕ ਲਿਆ, ਮੈਂ ਉਹਦੇ 'ਚ ਬੋਰ ਕਰਕੇ ਉਹਦੇ 'ਚ ਪਲੱਗ ਕਰਕੇ ਲਾਤਾ। ਮੇਰਾ ਮੋਟਰਸਾਈਕਲ ਸਰਦੀਆਂ 'ਚ ਵੀ ਭਾਵੇਂ ਰਾਤ ਨੂੰ ਸਟਾਰਟ ਕਰੋ, ਹੀਟਰ ਔਨ ਕਰੋ, ਤੇ ਉਹ ਸਟਾਰਟ ਹੋ ਕੇ ਹੁੰਦਾ। ਫਿਰ ਉਹ ਕਹਿੰਦੇ ਵੀ ਇਹ ਪੋਲਿਊਸ਼ਨ ਬਹੁਤ ਜ਼ਿਆਦਾ ਕਰਦਾ ਹੈ। ਫਿਰ ਮੈਂ ਇੱਕ ਸਮੋਕ ਪ੍ਰੈਸੀਪੀਟੇਟਰ ਜਿਹੜਾ ਆ ਵੀ ਉਹ ਮੇਰੇ ਬ੍ਰਦਰ ਦਾ ਇੱਕ ਸਾਇੰਸ ਫੇਅਰ ਦੇ ਵਿੱਚ ਉਹਨਾਂ ਨੇ ਉਹ ਇੱਕ ਪ੍ਰੋਜੈਕਟ ਕੀਤਾ ਸੀ। ਉਹਨਾਂ ਨੂੰ ਵੀ ਬੜਾ ਇੰਟਰਸਟ ਸੀਗਾ ਸਾਇੰਸ ਚੀਜ਼ਾਂ ਦੇ ਵਿੱਚ। ਉਹਨਾਂ ਦਾ ਉਹ ਪ੍ਰੋਜੈਕਟ ਉਹ ਜਿਹੜਾ ਉਹਨਾਂ ਨੇ ਬਣਾ ਕੇ ਸਟੇਟ ਲੈਵਲ ਤੇ ਪ੍ਰਾਈਜ਼ ਜਿੱਤਿਆ ਸੀ। ਉਹਨੂੰ ਮੈਂ ਕਾਪੀ ਕਰਕੇ ਉਹ ਮੈਂ ਆਪਣੇ ਮੋਟਰਸਾਈਕਲ ਦੇ ਵਿੱਚ ਲਗਾਇਆ, ਤੇ ਮੇਰਾ ਮੋਟਰਸਾਈਕਲ ਬਟਨ ਦੱਬੋ ਤੇ ਸਮੋਕ ਜਿਹੜੀ ਆ ਉਹਦੀ ਅੰਦਰ ਹੀ ਪ੍ਰੈਸੀਪੀਟੇਟ ਹੋ ਜਾਂਦੀ ਸੀ, ਬਾਹਰ ਨਹੀਂ ਆਉਂਦੀ। ਤੇ ਇਹ ਸਾਰੀ ਚੀਜ਼ਾਂ ਵੀ ਮਤਲਬ ਸੋਚਣਾ ਪੈਂਦਾ ਵੀ ਹਾਂ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਉਹਦਾ ਫਾਈਲ ਉੱਥੇ ਕਲੋਜ਼ ਨਹੀਂ ਕਰ ਦੇਣੀ ਵੀ ਆ ਇਦਾਂ ਹੀ ਹੋ ਗਿਆ ਜੀ, ਇਹ ਤਾਂ ਖਤਮ ਹੈ, ਵੀ ਇੰਨੇ ਸਾਲ ਤੋਂ ਨਹੀਂ ਹੋਇਆ ਤੇ ਹੁਣ ਮੈਂ ਕੀ ਕਰ ਲੂੰਗਾ। ਜੇ ਕੋਸ਼ਿਸ਼ ਕਰਾਂਗੇ ਤਾਂ ਹੋ ਜਾਂਦਾ ਉਹ। ਮਤਲਬ ਜਿਹੜੇ ਡੀਜ਼ਲ ਬਾਈਕ ਹੈ ਉਹ ਲੋਕੀ ਗੂਗਲ ਤੇ ਸਰਚ ਕਰਨ ਤੇ ਉਹ ਦੇਖ ਸਕਦੇ ਹਾਂ ਬਿਲਕੁਲ। ਸੈਨਿਕ ਉਹਦਾ ਨਾਮ ਸੀਗਾ, SAINIK ਸੈਨਿਕ। ਮਤਲਬ ਮੇਰਾ ਨਾਮ ਸੈਣੀ, ਤੇ ਕਾਲਜ 'ਚ ਮੈਂ ਸੈਣੀ ਨਾਮ ਹੀ ਮੈਨੂੰ ਕਹਿੰਦੇ ਸੀ, ਤਾਂ ਉਹ ਥੋੜਾ ਜਿਹਾ ਜੋੜ ਕੇ ਉਹਦੇ ਨਾਲ ਕੇ ਤੇ ਸੈਨਿਕ ਜਿਹੜਾ ਆ ਉਹਦਾ ਬਣਾਇਆ ਕਸਟਮ ਡੀਜ਼ਲ ਮੋਟਰਸਾਈਕਲ ਜਿਹੜਾ ਸੀਗਾ ਉਹ। ਬਿਲਕੁਲ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਇੱਥੇ ਜਿਹੜੀ ਹੈ ਬਾਈਕਸ ਦੀ ਜਿਹੜੀ ਹੈ ਕਸਟਮਾਈਜ਼ੇਸ਼ਨ ਹੁੰਦੀ ਹੈ, ਤੇ ਜਿਹੜਾ ਇਹ ਵਾਲੀ ਜਿਹੜੀ ਹਲੇ ਫਿਲਹਾਲ ਇਸ ਨੂੰ ਵੀ ਲੈ ਕੇ ਕੰਮ ਚੱਲ ਰਿਹਾ ਹੈ। ਤੇ ਇਹ ਜਿਹੜਾ ਹੈ ਇਹ ਵਾਲਾ ਬਾਈਕ ਵੀ ਜਿਹੜਾ ਜਦ ਤਿਆਰ ਹੋ ਜਾਏਗਾ ਪ੍ਰੋਪਰ, ਤੇ ਜਿਹੜਾ ਹੈ ਦੁਬਈ ਜਾਣਾ ਹੈ, ਤੇ ਬਿਲਕੁਲ ਕੁਝ ਬੜੇ ਬਰੀਕੀ ਦੇ ਨਾਲ, ਬੜੇ ਤਰੀਕੇ ਦੇ ਨਾਲ ਜਿਹੜਾ ਹੈ ਕਸਟਮਾਈਜ਼ੇਸ਼ਨ ਕੀਤੀ ਜਾਂਦੀ ਹੈ। ਕਿਵੇਂ ਜਿਹੜਾ ਹੈ ਇੱਕ ਸ਼ੌਂਕ ਤੋਂ ਜਿਹੜੀ ਸ਼ੁਰੂਆਤ ਹੋਈ ਸੀ, ਇੱਕ ਸੁਪਨਾ ਦੇਖਿਆ ਸੀ, ਉਸ ਦੇ ਲਈ ਰਾਹ ਬਣਾਇਆ, ਤੇ ਉਸੇ ਰਾਹ ਤੇ ਲਗਾਤਾਰ ਚੱਲਦੇ ਰਹੇ। ਵਿੱਚ ਕਾਫੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਤਾਂ ਹਰ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਆਉਂਦੀਆਂ ਨੇ, ਤਮਾਮ ਦਿੱਕਤਾਂ ਪਰੇਸ਼ਾਨੀਆਂ ਆਈਆਂ ਵੀ, ਪਰ ਉਸ ਦੇ ਬਾਵਜੂਦ ਵੀ ਜੋ ਸੋਚਿਆ ਸੀ ਉਸ ਨੂੰ ਅੱਜ ਜਿਹੜਾ ਹੈ ਹਾਸਲ ਕੀਤਾ ਹੈ। ਉਸੇ ਰਾਹ ਤੇ ਅੱਜ ਤੁਰ ਰਹੇ ਨੇ। ਤੇ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਕਾਫੀ ਇਨਸਪਾਇਰ ਕਰਨ ਵਾਲੀਆਂ ਨੇ ਉਹਨਾਂ ਨੌਜਵਾਨਾਂ ਨੂੰ ਜੋ ਸੋਚਦੇ ਨੇ, ਕਈ ਵਾਰੀ ਵੱਡੇ ਅਨੋਖੇ ਸ਼ੌਂਕ ਹੁੰਦੇ ਨੇ, ਸੁਪਨੇ ਦੇਖਦੇ ਨੇ, ਪਰ ਉਹਨਾਂ ਨੂੰ ਲੱਗਦਾ ਹੈ ਜਦ ਲੋਕ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਤਾਂ ਮੁਮਕਿਨ ਨਹੀਂ ਹੈ, ਨਹੀਂ ਹੋ ਪਾਵੇਗਾ, ਤੇ ਸ਼ਾਇਦ ਉਹ ਕਿਤੇ ਨਾ ਕਿਤੇ ਉਸ ਸ਼ੌਂਕ ਨੂੰ ਆਪਣੇ ਮਨ ਦੇ ਅੰਦਰ ਰੱਖ ਕੇ ਖਤਮ ਕਰ ਲੈਂਦੇ ਨੇ। ਬਿਲਕੁਲ ਇਹ ਜਿਹੜੀ ਹੈ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਰੀਬਲ ਕਸਟਮ ਮੋਟਰਸਾਈਕਲਸ ਦੀਆਂ, ਤੇ ਉਹਨਾਂ ਦੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਅਨੁਜ, ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕੀਤੀ ਹੈ ਕਿਵੇਂ ਜਿਹੜਾ ਹੈ ਉਹਨਾਂ ਨੇ ਇੱਕ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਸ਼ੌਂਕ ਸੀ, ਉਹਨਾਂ ਨੂੰ ਸੁਪਨਾ ਦੇਖਿਆ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਰਾਹ ਚੁਣੀ ਹੈ। ਤਮਾਮ ਚੀਜ਼ਾਂ ਕੀਤੀਆਂ ਨੇ, ਗ੍ਰੈਜੂਏਸ਼ਨ ਕੀਤੀ, B ਫਾਰਮੇਸੀ ਕੀਤੀ, ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਆਪਣੇ ਸ਼ੌਂਕ ਨੂੰ ਨਹੀਂ ਛੱਡਿਆ, ਸੁਪਨੇ ਨੂੰ ਨਹੀਂ ਛੱਡਿਆ, ਤੇ ਉਸੇ ਸਾਰੀ ਚੀਜ਼ਾਂ ਦੀ ਗਵਾਹੀ ਪਾ ਰਿਹਾ ਕਿ ਕਿਵੇਂ
ਜਿਹੜਾ ਹੈ ਇੱਕ ਰॉ ਚੀਜ਼ਾਂ ਨੂੰ ਇੱਕ ਅਲੱਗ ਜਿਹਾ ਰੂਪ ਦੇ ਦਿੰਦੇ ਨੇ, ਜਿਹੜੇ ਉਹ ਚੀਜ਼ਾਂ ਤਿਆਰ ਕਰਦੇ ਨੇ, ਜੋ ਕਸਟਮਾਈਜ਼ੇਸ਼ਨ ਕਰਦੇ ਨੇ, ਆਰਡਰਸ ਜਿਹੜੇ ਨੇ ਵਿਦੇਸ਼ਾਂ ਤੱਕ ਉਹਨਾਂ ਦੇ ਜਾਂਦੇ ਨੇ, ਵਿਦੇਸ਼ਾਂ ਤੱਕ ਉਹਨਾਂ ਦਾ ਨਾਮ ਹੈ। ਤੇ ਜਿੱਥੇ ਅੱਜ ਦਾ ਯੂਥ ਬਾਹਰ ਜਾਣ ਨੂੰ ਫਿਰਦਾ, ਉਹਨਾਂ ਨੇ ਇੱਥੇ ਪਿੰਡ ਦੇ ਵਿੱਚ ਰਹਿ ਕੇ, ਜਿੱਥੇ ਗੱਲ ਕਰ ਰਹੇ ਹਾਂ ਮਲਕਪੁਰ ਪਿੰਡ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਹੈ ਆਪਣਾ ਕੈਨੇਡਾ ਅਮਰੀਕਾ ਬਣਾ ਲਿਆ। ਕਿਵੇਂ ਦੂਰੋਂ ਲੋਕ, ਵਿਦੇਸ਼ਾਂ ਤੋਂ ਲੋਕ ਉਹਨਾਂ ਦੇ ਕੋਲ ਆਰਡਰਸ ਲੈ ਕੇ ਆਉਂਦੇ ਨੇ ਆਪਣੀ ਬਾਈਕਸ ਕਸਟਮਾਈਜ਼ੇਸ਼ਨ ਕਰਵਾਉਣ ਦੇ ਲਈ, ਤੇ ਉਸ ਤੋਂ ਬਾਅਦ ਉਹ ਇੱਥੋਂ ਦੀ ਹੀ ਤਿਆਰ ਕਰਕੇ, ਆਪਣੇ ਹੱਥੀਂ ਤਿਆਰ ਕਰਕੇ ਉਹ ਬਾਈਕਸ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਭੇਜਦੇ ਨੇ, ਉੱਥੇ ਡਿਸਪਲੇ ਕੀਤੇ ਹੋਏ ਨੇ, ਮਾਲਸ ਦੇ ਵਿੱਚ ਲੱਗੇ ਹੋਏ ਨੇ, ਉਸ ਤੋਂ ਇਲਾਵਾ ਲੋਕਾਂ ਦੇ ਕੋਲ ਪਹੁੰਚ ਰਹੇ ਨੇ। ਅਤੇ ਆਪਣੇ ਆਪ ਦੇ ਵਿੱਚ ਕਾਫੀ ਜਿਹੜੀ ਹੈ ਮਿਸਾਲ ਪੇਸ਼ ਕਰਨ ਵਾਲੀ ਕਹਾਣੀ ਹੈ ਕਿ ਕਿਵੇਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਇੱਕ ਸ਼ਖਸ ਉੱਠਦਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਆਪਣਾ ਸੁਪਨਾ ਪੂਰਾ ਕਰ ਰਿਹਾ ਹੈ। ਬਾਕੀ ਤੁਸੀਂ ਵੀ ਕਿਸੇ ਇਹੋ ਜਿਹੇ ਸ਼ਖਸ ਨੂੰ ਜਾਣਦੇ ਹੋ ਜੋ ਇਸੇ ਤਰੀਕੇ ਨਾਲ ਇੱਕ ਕੋਈ ਅਲੱਗ ਕੰਮ ਕਰ ਰਿਹਾ ਹੈ, ਤੇ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਸਕਦੇ ਹੋ। ਕੈਮਰਾਮੈਨ ਕਰਨ ਕੁਮਾਰ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।